ਧੰਨ ਵਾਹਿਗੁਰੂ ਸਾਹਿਬ ਜੀ। ਪੰਡਿਆ ਕੌਣ ਕੁਮਤ ਤੁਮ ਲਾਗੇ, ਬੂਢੋਗੇ ਪਰਵਾਰ ਸਕਲ ਸਿਉ, ਰਾਮ ਨ ਜਪੈ ਅਭਾਗੇ। ਪੰਡਿਆ ਮਤਲਬ ਬੋਧੀ ਵਾਲਾ ਨਹੀਂ, ਪੰਡਤ ਨਹੀਂ। ਸਾਡੇ ਨਾਲ ਗੁਰੂ ਸਾਹਿਬ ਜੀ ਗੱਲ ਕਰਦੇ ਹਨ। ਪੰਡਤ ਮਤਲਬ ਜਿਹੜਾ ਆਪਣੇ ਆਪ ਨੂੰ ਸਿਆਣਾ ਮੰਨਦਾ ਹੈ, ਸੂਝਵਾਨ ਮੰਨਦਾ ਹੈ, ਜਿਹੜਾ ਕਦਮ ਧਰਮ ਦੀ ਦੁਨੀਆ 'ਚ ਰੱਖਦਾ ਹੈ, ਉਹਨੂੰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਹੇ ਸੂਝਵਾਨ ਬੰਦਿਆ, ਕਿਹੜੀ ਭੈੜੀ ਮੱਤੇ ਤੂੰ ਲੱਗ ਗਿਆ। ਤੇਰੀ ਮੱਤ ਵਿੱਚ ਗੁਰੂ ਦੀ ਮੱਤ ਨਜ਼ਰੀ ਨਹੀਂ ਆਉਂਦੀ। ਅਸੀਂ ਆਪਣੀ ਮੱਤ ਨੂੰ ਭਾਰੀ ਕਰਕੇ ਤੇ ਗੁਰੂ ਦੀ ਮੱਤ ਨੂੰ ਆਪਣੀ ਮੱਤ ਦੇ ਮਗਰ ਤੋਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਇਹ ਸਾਰਾ ਕੁਝ ਸਾਡੀ ਜ਼ਿੰਦਗੀ 'ਚ ਵਾਪਰਿਆ। ਜੇ ਅਸੀਂ ਆਪਣੀ ਮੱਤ ਛੱਡ ਦਈਏ, ਗੁਰੂ ਦੀ ਮੱਤ ਗ੍ਰਹਿਣ ਕਰ ਲਈਏ। ਜਿਹੜੇ ਕੁਝ ਬੰਦੇ ਇਤਰਾਜ਼ ਕਰਦੇ ਨੇ ਵੀ ਇਹ ਗੱਲਾਂ ਠੀਕ ਨਹੀਂ ਜਾਂ ਐ ਨਹੀਂ ਕਰਨੀਆਂ ਚਾਹੀਦੀਆਂ, ਇਹਦਾ ਮਤਲਬ ਇਹ ਹੁੰਦਾ ਹੈ ਵੀ ਬੰਦਾ ਆਪਣੀ ਮੱਤ ਨੂੰ ਛੱਡਣਾ ਨਹੀਂ ਚਾਹੁੰਦਾ। ਸੋ ਜੇ ਅਸੀਂ ਆਪਣੀ ਮੱਤ ਦਾ ਤਿਆਗ ਕਰਾਂਗੇ ਤੇ ਗੁਰੂ ਦੀ ਮੱਤ ਗ੍ਰਹਿਣ ਕਰ ਸਕਾਂਗੇ। ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਜੇ ਪਹਿਲੀ ਨਹੀਂ ਛੱਡਣੀ, ਦੂਜੀ ਨਹੀਂ ਆਉਣੀ। ਦੂਜੀ ਗ੍ਰਹਿਣ ਕਰਨ ਦਾ ਅਰਥ ਹੀ ਹੈ ਪਹਿਲੀ ਛੱਡੀਏ। ਪੰਡਿਆ ਕੌਣ ਕੁਮਤ ਤੁਮ ਲਾਗੇ, ਬੂਢੋਗੇ ਪਰਵਾਰ ਸਕਲ ਸਿਉ, ਰਾਮ ਨ ਜਪੁ ਹੋਇ ਭਾਗੇ। ਜੇ ਜ਼ਿੰਦਗੀ 'ਚ ਤਬਦੀਲੀ ਨਹੀਂ ਆਈ, ਜੀਵਨ ਨਹੀਂ ਬਦਲਿਆ, ਫਿਰ ਸਤਿਗੁਰੂ ਜੀ ਕਹਿੰਦੇ, ਵੇਦ ਪੁਰਾਨ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ। ਰਾਮ ਨਾਮ ਕੀ ਗਤ ਨਹੀਂ ਜਾਨੀ, ਕੈਸੇ ਉਤਰਸ ਪਾਰਾ। ਜੀ ਬਦੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ। ਸੈਂਕੜੇ ਐਸੇ ਕਰਮ ਅਸੀਂ ਧਰਮ ਦੇ ਨਾਂ 'ਤੇ ਸਥਾਪਿਤ ਕਰ ਦਿੱਤੇ ਜਿਨ੍ਹਾਂ ਦਾ ਧਰਮ ਨਾਲ ਕੋਈ ਸੰਬੰਧ ਨਹੀਂ। ਜਿਹੜੀ ਗੱਲ ਸਤਿਕਾਰਯੋਗ ਭਾਈ ਸਾਹਿਬ ਜੀ ਹੋਣੀ, ਗੁਰੂ ਸਾਹਿਬ ਜੀ ਕੇ ਵਜ਼ੀਰ ਆਪ ਜੀ ਨਾਲ ਸਾਂਝੀ ਕਰ ਰਹੇ ਸਨ, ਉਹ ਸੱਚੀ ਮੁੱਚੀ ਇੱਦਾਂ ਹੀ ਹੋਇਆ ਹੈ। ਜੋ ਧਰਮ ਹੈ ਉਹ ਸਮਝ ਨਹੀਂ ਆਇਆ, ਜੋ ਅਸੀਂ ਕਰ ਰਹੇ ਹਾਂ ਉਹ ਧਰਮ ਨਹੀਂ ਹੈ। ਇਹਦਾ ਮਤਲਬ ਇਹ ਹੈ ਵੀ ਸਾਨੂੰ ਧਰਮ ਸਮਝਣ ਦੀ ਲੋੜ ਹੈ, ਫਿਰ ਅਸੀਂ ਸਹੀ ਅਰਥਾਂ 'ਚ ਧਰਮ ਕਰਮ ਕਰ ਸਕਦੇ ਹਾਂ। ਜਿੰਨਾ ਚਿਰ ਧਰਮ ਨਹੀਂ ਆਉਂਦਾ ਕਰਮ 'ਚ, ਫਿਰ ਕਰਮ ਕਾਂਡ ਬਣ ਜਾਂਦਾ, ਫਿਰ ਉਹ ਧਰਮ ਕਰਮ ਨਹੀਂ ਹੁੰਦਾ। ਜੀ ਬਦੋ ਸੋ ਧਰਮ ਕਰ ਥਾਪੋ, ਧਰਮ ਕਹੋ ਕਤ ਭਾਈ। ਆਪਸ ਕੋ ਮੁਨਿਵਰ ਕਰ ਥਾਪੋ, ਕਾਂਕੋ ਕਹੋ ਕਸਾਈ। ਜੇ ਤੇ ਬੱਕਰਾ ਕੋਈ ਦੁਕਾਨ ਤੇ ਵੱਢੇ, ਆਪਾਂ ਕਹਿੰਦੇ ਕਸਾਈ ਹੈ, ਤੇ ਜੇ ਕੋਈ ਧਰਮ ਅਸਥਾਨ ਤੇ ਵੱਢੇ ਫਿਰ ਧਰਮ ਹੈ। ਕਿੱਡੀ ਅਜੀਬ ਗੱਲ ਹੈ। ਸੋ ਆਓ ਰਲ ਕੇ ਪਾਵਨ ਸ਼ਬਦ ਦਾ ਪਾਠ ਕਰਦੇ ਹਾਂ, ਜੋ ਕਿ ਅੱਜ ਵਿਚਾਰ ਅਧੀਨ ਸ਼ਬਦ ਹੈ। ਤਿਸ ਦੀ ਵਿਚਾਰ ਨਾਲ ਜੁੜੀਏ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਅਦਬ ਸਹਿਜ ਸ਼ਰਵਣ ਕਰੀਏ। ਪ੍ਰਭਾਤੀ ਬੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਜੋ ਸਭ ਮੈਂ ਇੱਕ ਖੁਦਾਏ ਕਹਿਤ ਹੋ, ਤੋ ਕਿਉ ਮੁਰਗੀ ਮਾਰੈ। ਅਰਥ ਆਪਾਂ ਅੱਗੇ ਜਾ ਕੇ ਇਹਦੇ ਕਰਦੇ ਹਾਂ, ਪਰ ਇਹ ਨਾ ਸੋਚਿਓ ਵੀ ਇਕੱਲੇ ਇਸ ਸ਼ਬਦ ਵਿੱਚ ਗੁਰੂ ਸਾਹਿਬ ਜੀ ਕਿਸੇ ਇਸਲਾਮ ਨੂੰ ਸਮਝਾ ਰਹੇ ਹਨ। ਮੌਜੂਦਾ ਦੌਰ ਵਿੱਚ ਤੁਸੀਂ ਵੇਖੋਗੇ ਤੇ ਸਾਡੇ ਸਿੱਖਾਂ ਦੇ ਵੀ ਬਹੁਤੇ ਸੰਦਰਭ ਵਿੱਚ ਇਹ ਗੱਲਾਂ ਅੱਜ ਵੀ ਉੱਦਾਂ ਹੀ ਮੌਜੂਦ ਨੇ। ਸਾਡੀਆਂ ਵੀ ਬਹੁਤੀਆਂ ਮਰਿਆਦਾਵਾਂ ਗੁਰੂ ਨਾਲ ਮੇਲ ਨਹੀਂ ਖਾਂਦੀਆਂ। ਮੁੱਲਾ ਕਹੋ ਨਿਆਓ ਖੁਦਾਈ,
तेरे मन कहा भरम न जाई। मुला कहो न्याओ खुदाई, तेरे मन का भरम न जाई रहाओ। फकर जियो आनया देह बिनासी, माटी को बिस्मल किया। जोत स्वरूप अनाहत लागी, कहो हलाल क्या किया। क्या उजू पाक किया। उजू कहते ने इस्लाम विच, जिवें साडे च 5 इशनाना, उजू साजना। जे असीं गुरु दरबार विच आईए तो बेनती है जी, गुरु दरबार की मर्यादा भी थोड़ी जी समझ लिया करो। गुरु साहब जी कहते उजू साज। उजू का अर्थ है बाहरी सरीरक कर्म करना, जिवें इशनान करना, 5 इशनाना करना। क्या उजू पाक किया मुँह धोया, क्या मसीत सिर लाया। जो दिल में कपट निवाज गुजारो, क्या हज का बेजाया। तू ना पाक पाक नहीं सूझिया। तैनू भैड़िया रब ही नहीं दिसिया कदे। तू आप नापाक है, तैनू पाक दी समझ ही नहीं लगी। तू नापाक पाक नहीं सूझिया, तिसका मरम ना जानिया। कह कबीर पिस्त ते चूका, दोजक स्यों मन मानिया। मन गुरु नाल मनना चाहिए सी, मन गया दोजक नाल, भैड़ियां चीज़ां नाल, बुराइयां नाल, ऐबां नाल। तां ही तुसीं वेखो ना, एक जरनल जिहा साडा शब्द साडी जुबान ते है। किसी नूं पुछो सिੱਖੀ, कहंदा औखी बहुत है। ते बुराइयां, कदी किसी ने कहा भी क्रोध च बंदा बहुत औखा हुंदा ना, कहंदे बाणी पढ़दे बहुत औखे होईदा। किड्डी अजीब गल है। वेखो तुसीं किसी नूं कहो खंडे बाटे दी पौल छक लो, कहंदा निभाउणी औखी है। हालांकि जिहड़ी चंगी चीज़ है उन्होंने भैड़ी कह के मन रहा, जो भैड़ी है उन्होंने चंगी मन रहा। गुरु साहब जी कहंदे नापाक बंदे नूं पाक चीज़ां चंगियां नहीं लगदियां, क्योंकि उहदी फितरत इदां दी है, उहदा सुभाਅ इदां दा है, ਉਹਦੇ ਨੇਚਰ ਵਿੱਚ ਹੈ, ਉਹਦਾ ਸਦੀਆਂ ਤੋਂ ਸੁਭਾਅ ਪੱਕ ਗਿਆ ਇਸ ਤਰ੍ਹਾਂ ਦਾ। ਉਹ ਇਦਾਂ ਦੀਆਂ ਗੱਲਾਂ ਸੁਣ ਸੁਣ ਕੇ ਆਪਣੇ ਆਪ ਨੂੰ ਉਦਾਂ ਦਾ ਬਣਾ ਚੁੱਕਾ ਆ। ਕਹਿ ਕਬੀਰ ਪਿਸਤ ਤੇ ਝੂਕਾ, ਦੋਜਕ ਸਿਉ ਮਨ ਮਾਨਿਆ। ਦੀਨ ਦੁਨੀ ਦੇ ਮਾਲਕ ਹਲਤ ਪਲਤ ਸਵਾਰ ਦੇਣਹਾਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਸੱਜ ਬੈਠੇ ਗੁਰੂ ਪਿਆਰ ਵਾਲਿਓ, ਆਓ ਅਦਬ ਸਹਿਤ ਜਿੱਥੇ ਹਰੀ ਜਸ ਕੀਰਤਨ ਸ਼ਰਵਣ ਕਰ ਰਹੇ ਸੀ, ਚੰਦ ਘੜੀਆਂ ਵਿਚਾਰ ਨਾਲ ਜੁੜਦੇ ਹਾਂ। ਸਾਹਿਬਾਂ ਦੀ ਬਾਣੀ ਦੀ ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਘਰ ਦੀ ਮਰਿਆਦਾ ਸਾਰੇ ਰਲ ਕੇ ਨਿਭਾਈਏ। ਕੋਈ ਵੀ ਰਸਨਾ ਫਤਿਹ ਤੋਂ ਵਾਂਝੀ ਨਾ ਰਹੇ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਸ਼ਬਦ ਬਾਬਾ ਕਬੀਰ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪ੍ਰਭਾਤੀ ਰਾਗ ਅੰਦਰ गुरु ग्रंथ साहब जी के पावन अंक 1350 उपर सुभायमान है, जिस का पाठ तुसीं भी आप अपने घरां विच बैठ के सतगुरु की ताबिया बैठ के कर सकते हो। इस गल तो आप जाणू हाँ सारे भी किसी भी शब्द नूं जदों समझना होवे तो उहदा रहाओ वाला बंद, उहदे बेसिक ख्याल, उहदे केंद्री ख्याल साडे सामने रखदा है, बाकी शब्द उहदी व्याख्या करदा है। गुरु ग्रंथ साहब जी की बाणी के अंदर कुछ चर्चावां वक्त के धार्मिक बंदियां नाल होईयां ने, जिन्हां नूं गुरु साहब जी ने बाणी च कलमबंद किया है। बाणी च कुछ इतिहास है, कुछ बाणी दे विच उदाहरणां ने, कुछ बाणी दे अंदर समय दे सच हन। ते कुल मिला के इदां कह लो भी उदाहरणां इतिहास दे राही सतगुरु सच्चे पातशाह जी एक अकाल पुरख वाहिगुरू की रजा विच चलण की जाच समुचे गुरु ग्रंथ साहब च सिखाउंदे ने।
ਜਾਂ ਇਹਨੂੰ ਹੋਰ ਸੌਖੇ ਸ਼ਬਦਾਂ 'ਚ ਐਂ ਕਹਿ ਲਓ ਵੀ ਜਿਵੇਂ ਸੰਸਾਰਿਕ ਤੌਰ 'ਤੇ ਬੰਦੇ ਵਾਸਤੇ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਤੋਂ ਬਿਨਾਂ ਇਹਦਾ ਗੁਜ਼ਾਰਾ ਨਹੀਂ। ਪਾਣੀ ਬਿਨਾਂ ਜ਼ਿੰਦਗੀ ਨਹੀਂ ਰਹਿ ਸਕਦੀ, ਖੁਰਾਕ ਬਿਨਾਂ ਬੰਦਾ ਨਹੀਂ ਰਹਿ ਸਕਦਾ, ਰੋਟੀ ਦੀ ਲੋੜ ਹੈ। ਜਿੰਨਾ ਮਰਜ਼ੀ ਸਿਆਣਾ ਹੋਵੇ, ਜਿੰਨਾ ਮਰਜ਼ੀ ਬਜ਼ੁਰਗ ਹੋਵੇ, ਜਿਹੜਾ ਜਿਹੋ ਜਿਹੀ ਵੀ ਲਿਆਕਤ ਰੱਖਦਾ ਹੋਵੇ, ਰਾਸ਼ਨ ਦੀ, ਪ੍ਰਸ਼ਾਦੇ ਦੀ ਲੋੜ ਹਰ ਬੰਦੇ ਨੂੰ ਪੈਂਦੀ ਹੈ। ਇਸੇ ਤਰ੍ਹਾਂ ਜਿੱਦਾਂ ਬਾਹਰੀ ਤੌਰ 'ਤੇ ਸਰੀਰ ਨੂੰ ਜਿਉਂਦਾ ਰੱਖਣ ਲਈ ਇਹ ਸਾਰੀਆਂ ਚੀਜ਼ਾਂ ਦੀ ਲੋੜ ਹੈ, ਇੱਦਾਂ ਹੀ ਸਾਡੇ ਜੀਵਨ ਤਲ ਨੂੰ, ਸਾਡੀ ਅੰਦਰ ਮਨੁੱਖਤਾ ਨੂੰ ਜਿਉਂਦੇ ਰੱਖਣ ਵਾਸਤੇ ਸਾਨੂੰ ਧਰਮ ਦੀ ਲੋੜ ਪੈਂਦੀ ਹੈ, ਧਰਮ ਖਿਆਲਾਂ ਦੀ ਲੋੜ ਪੈਂਦੀ ਹੈ। ਤੇ ਗੁਰੂ ਸਾਹਿਬ ਜੀ ਦੀ ਬਾਣੀ ਸਾਨੂੰ ਧਾਰਮਿਕ ਜੀਵਨ, ਸਾਨੂੰ ਮਨੁੱਖਤਾ ਜੀ ਦਾ ਜਿਹੜਾ ਪਾਠ ਹੈ ਉਹ ਬੜੇ ਸੋਹਣੇ ਸ਼ਬਦਾਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਪੜ੍ਹਾਉਂਦੇ ਹਨ। ਲੋੜ ਇਹ ਹੈ ਅਸੀਂ ਇਹਨਾਂ ਗੱਲਾਂ ਨੂੰ ਜੇ ਥੋੜ੍ਹੇ ਜਿਹੇ ਧਿਆਨ ਨਾਲ ਕਦੀ ਸਮਝੀਏ। ਬਦਕਿਸਮਤੀ ਇਹ ਹੋਈ ਸਾਡੀ, ਸਾਨੂੰ ਚਲਾਕੀ ਨਾਲ ਕਿਸੇ ਬੰਦੇ ਨੂੰ ਇਸ ਗੱਲ ਦਾ ਅਹਿਸਾਸ ਸੀ ਵੀ ਜੇ ਸਿੱਖਾਂ ਨੇ ਬਾਣੀ ਨੂੰ ਆਪ ਸਮਝਿਆ, ਪੜ੍ਹਿਆ, ਜਾਣਿਆ ਤੇ ਇਹ ਬਹੁਤ ਅੱਗੇ ਜਾਣਗੇ, ਇਹਨਾਂ ਦੀ ਸੋਚ ਡਿਵੈਲਪ ਹੋਏਗੀ, ਇਹਨਾਂ ਦੀ ਸੋਚ ਵਿੱਚ ਫਰਕ ਪਏਗਾ। ਕਿਉਂਕਿ ਆਪ ਜੀ ਦੇ ਨਾਲ ਮੈਂ ਇੱਕ ਵਾਰ ਬੇਨਤੀ ਕੀਤੀ ਸੀ ਵੀ ਇੱਕ ਟ੍ਰੇਨ ਵਿੱਚ ਪ੍ਰਿੰਸੀਪਲ ਗੰਗਾ ਸਿੰਘ ਜੀ ਦੇ ਨਾਲ ਇੱਕ ਵਾਰ ਇੱਕ ਵੀਰ ਸਫ਼ਰ ਕਰਦਾ ਸੀ ਤੇ ਉਹ ਸਫ਼ਰ ਕਰਦਿਆਂ ਇੰਨਾ ਦੁਖੀ ਹੋ ਗਿਆ, ਇੰਨਾ ਪਰੇਸ਼ਾਨ ਸੀ ਵੀ ਉਹ ਸਵੇਰ ਤੋਂ ਸ਼ਾਮ ਤੱਕ ਟ੍ਰੇਨ 'ਚ ਬੈਠਾ, ਉਹਨੇ ਬੁਰਕੀ ਰੋਟੀ ਦੀ ਮੂੰਹ 'ਤੇ ਨਹੀਂ ਰੱਖੀ, ਪਾਣੀ ਨਹੀਂ ਪੀਤਾ, ਬੜਾ ਪਰੇਸ਼ਾਨ ਸੀ। ਪ੍ਰਿੰਸੀਪਲ ਗੰਗਾ ਸਿੰਘ ਜੀ ਸ਼ਾਮ ਨੂੰ ਜਦੋਂ ਸ਼ਾਮ ਦਾ ਵੇਲਾ ਹੋਇਆ ਤਾਂ ਸਿੱਖ ਕਿਸੇ ਥਾਂ ਸਮੇਂ ਨੂੰ ਧਿਆਨ 'ਚ ਨਹੀਂ ਰੱਖਦਾ। ਸਾਡਾ ਰੂਟੀਨ ਹੈ ਵੀ ਅਸੀਂ ਸਵੇਰ ਸ਼ਾਮ ਬਾਬੇ ਦੀ ਬਾਣੀ ਦਾ ਨਿਤਨੇਮ ਕਰਦੇ ਹਾਂ, ਜਿੰਨੇ ਕੁ ਜੋਗਾ ਜਿਹੜਾ ਹੈ ਓਨਾ ਕਰੇ, ਇਹ ਕੋਈ ਦਾਵਾ ਨਹੀਂ। ਉਹ ਜਦੋਂ ਸ਼ਾਮਾਂ ਪਈਆਂ, ਪ੍ਰਿੰਸੀਪਲ ਗੰਗਾ ਸਿੰਘ ਜੀ ਨਾ ਸ਼ਾਮ ਨੂੰ ਸੋਦਰ ਬਾਣੀ ਦਾ ਜਾਪ ਉਹਨਾਂ ਨੇ ਸ਼ੁਰੂ ਕੀਤਾ। ਜਦੋਂ ਸੋਦਰ ਬਾਣੀ ਸਾਰੀ ਕੰਪਲੀਟ ਕਰ ਲਈ, ਸੋਦਰ ਤੇਰਾ ਕਿਹਾ ਸੋ ਕਰ ਕਿਹਾ ਤੋਂ ਸਾਰਾ ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ। ਤੇ ਫਿਰ ਉਹ ਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਸ਼ਲੋਕ ਬੈਠੇ ਬੈਠੇ ਪੜ੍ਹਨ ਲੱਗ ਪਏ। ਜਦੋਂ ਉਹਨਾਂ ਨੇ ਸ਼ਲੋਕ ਪੜ੍ਹੇ ਨਾ ਤੇ ਸ਼ਲੋਕਾਂ ਵਿੱਚੋਂ ਸ਼ਲੋਕ ਪੜ੍ਹਿਆ ਜਦੋਂ ਉਹਨਾਂ ਨੇ, ਚਿੰਤਾ ਤਾਂ ਕੀ ਕੀਜੀਐ ਜੋ ਅਣਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਹਾਲਾਂਕਿ ਅਸੀਂ ਇਹਨੂੰ ਸਿਰਫ ਭੋਗ ਵਾਲੇ ਸ਼ਲੋਕ ਮੰਨਦੇ ਹਾਂ। ਸਾਡੇ ਹਿਸਾਬ ਨਾਲ ਇੱਦਾਂ ਹੀ ਹੈ ਵੀ ਦੋ ਬਾਬੇ ਬਹਿਣ ਤੇ ਭੋਗ ਪਾ ਦੇਣ ਜਾਂ ਫਿਰ ਟਿਊਨ ਹੋਵੇ। ਸਾਨੂੰ ਇੰਨਾ ਨਹੀਂ ਪਤਾ ਹੁੰਦਾ ਵੀ ਗੁਰੂ ਸਾਹਿਬ ਇਹਦੇ ਵਿੱਚ ਕਹਿਣਾ ਕੀ ਚਾਹੁੰਦੇ ਆ। ਜੇ ਉਹ 57 ਕੁ ਸ਼ਲੋਕ ਹੀ ਅਸੀਂ ਧਿਆਨ ਨਾਲ ਸੁਣ ਲਈਏ ਨਾ ਕਿਤੇ ਐਂ ਗੰਭੀਰਤਾ ਨਾਲ, ਉਹਦੇ 'ਚ ਇੱਦਾਂ ਵੀ ਆਉਣਾ, ਕਰਨੋ ਹੁਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ, ਨਾਨਕ ਸਮਿਓ ਰਮ ਗਇਓ, ਅਬ ਕਿਉਂ ਰੋਵਤ ਅੰਧ। ਉਹਦੇ 'ਚ ਇਹ ਵੀ ਆਉਣਾ, ਬਾਲ ਜਵਾਨੀ ਅਰ ਬਿਰਧ ਫੁਨ, ਧੀਨ ਅਵਸਥਾ ਜਾਨ। ਬੜੇ ਪਿਆਰੇ ਪੱਖ ਉਹਦੇ 'ਚ ਆਉਣੇ ਨੇ, ਪਰ ਅਸੀਂ ਸੁਣਦੇ ਨਹੀਂ। ਉਹਨਾਂ ਨੇ ਬੜੇ ਧਿਆਨ ਨਾਲ ਸ਼ਲੋਕ ਸੁਣੇ। ਪ੍ਰਿੰਸੀਪਲ ਸਾਹਿਬ ਜੀ ਨੇ ਜਦੋਂ ਸ਼ਲੋਕ ਪੜ੍ਹਿਆ ਤੇ ਉਹਨੇ ਰਿਕੁਐਸਟ ਕੀਤੀ, ਤਰਲਾ ਲਿਆ, ਕਹਿੰਦੇ ਸਰਦਾਰ ਸਾਹਿਬ ਜੇ ਮੈਂ ਗੁਨਾਹ ਨਹੀਂ ਕਰ ਰਿਹਾ, ਮੈਨੂੰ ਪਤਾ ਤੁਸੀਂ ਧਰਮ ਗ੍ਰੰਥ ਦੀ ਕੋਈ ਬਾਤ ਪੜ੍ਹ ਰਹੇ ਹੋ, ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਸ਼ਲੋਕ ਦੁਬਾਰਾ ਪੜ੍ਹ ਸਕਦੇ ਹੋ। ਪ੍ਰਿੰਸੀਪਲ ਸਾਹਿਬ ਜੀ ਨੇ ਦੁਬਾਰਾ ਪੜ੍ਹਤਾ ਸ਼ਲੋਕ। ਉਹ ਫਿਰ ਕਹਿੰਦਾ ਜੀ ਇੱਕ ਵਾਰ ਹੋਰ ਪੜ੍ਹ ਦਿਓ। ਉਹਨਾਂ ਫਿਰ ਪੜ੍ਹਤਾ, ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਕਹਿੰਦੇ ਉਹ ਜਿਹੜੇ ਵੀਰ ਬੈਠਾ ਸੀ ਨਾ, ਉਹਨੇ ਆਪਣਾ ਬੈਗ ਖੋਲ੍ਹਿਆ, ਉਹਦੇ 'ਚੋਂ ਪ੍ਰਸ਼ਾਦਾ ਛਕਿਆ, ਕੱਢਿਆ, ਛਕ ਕੇ ਪ੍ਰਸ਼ਾਦਾ ਤੇ ਧੰਨ ਗੁਰੂ ਤੇਗ ਬਹਾਦਰ, ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿ ਕੇ ਮਾਲਕ ਦਾ ਸ਼ੁਕਰ ਕੀਤਾ। ਪ੍ਰਿੰਸੀਪਲ ਸਾਹਿਬ ਜੀ ਦੇ ਮਨ 'ਚ ਜਗਿਆਸਾ ਜਾਗੀ ਵੀ ਕੀ ਗੱਲ ਹੋਈ, ਇਹਨੂੰ ਅਚਾਨਕ ਇਹਨੇ ਕਿਹਾ ਸ਼ਲੋਕ ਪੜ੍ਹੋ, ਫਿਰ ਇਹਨੇ ਪ੍ਰਸ਼ਾਦਾ ਛਕ ਲਿਆ। ਸਵੇਰ ਦਾ ਇਹ ਬੋਲਿਆ ਨਹੀਂ। ਉਹਨਾਂ ਪੁੱਛਿਆ, ਕਹਿੰਦੇ ਭਾਈ ਸਾਹਿਬ ਜੀ ਵੈਸੇ ਤਾਂ ਮੈਂ ਵੀ ਗੁਸਤਾਖੀ ਕਰਨ ਲੱਗਾ, ਪਰ ਕੀ ਮੈਂ ਪੁੱਛ ਸਕਦਾ ਵੀ ਤੁਸੀਂ ਸਵੇਰ ਦੇ ਪਰੇਸ਼ਾਨ ਬਹੁਤ ਸੀ ਤੇ ਹੁਣ ਤੁਸੀਂ ਮੈਨੂੰ ਕਿਹਾ ਸ਼ਲੋਕ ਦੁਬਾਰਾ ਪੜ੍ਹਨ ਲਈ, ਫਿਰ ਤੁਸੀਂ ਪ੍ਰਸ਼ਾਦਾ ਛਕ ਲਿਆ। ਉਹ ਵੀਰ ਨੇ ਕਹਿੰਦਾ ਵੀ ਗੱਲ ਇਹ ਹੈ, ਅਸਲ ਵਿੱਚ ਮੈਂ ਸਵੇਰ ਦਾ ਟ੍ਰੇਨ 'ਚ ਬੈਠਾ, ਆਪਣੇ ਜਵਾਈ ਦਾ ਸੰਸਕਾਰ ਕਰਕੇ ਆਇਆ, ਮੇਰੀ ਬੇਟੀ ਦਾ ਘਰ ਉੱਜੜ ਗਿਆ। ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਜਦੋਂ ਇਹੋ ਜਿਹੀ ਸਿਚੁਏਸ਼ਨ ਵਿੱਚ ਇੱਕ ਪਿਓ ਹੋਵੇ ਤਾਂ ਉਹਦੇ ਦਿਲ 'ਤੇ ਜਾਂ ਉਹਦਾ ਜ਼ਿਹਨ ਕਿੱਦਾਂ ਦਾ ਹੁੰਦਾ ਆ, ਜਾਂ ਉਹਦੇ ਦਿਮਾਗ 'ਚ ਕੀ ਚੱਲਦਾ ਹੁੰਦਾ। ਤੇ ਮੈਨੂੰ ਨਾ ਤਾਂ ਕਿਸੇ ਦੀ ਗੱਲ ਚੰਗੀ ਲੱਗਦੀ ਸੀ, ਨਾ ਪਾਣੀ ਦਾ ਘੁੱਟ ਭਰਨਾ ਚੰਗਾ ਲੱਗਦਾ ਸੀ।
ਪਰ ਅਚਾਨਕ ਜਦੋਂ ਤੁਸੀਂ ਇਸ ਸ਼ਬਦ ਪੜ੍ਹ ਰਹੇ ਸੀ ਨਾ, ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ, ਤੇ ਮੇਰੇ ਦਿਮਾਗ 'ਚ ਕਲਿੱਕ ਕੀਤੀ ਗੱਲ, ਇਹ ਕੀ ਹੈ ਭਲਾ, ਕੀ ਕਹਿਣਾ ਚਾਹੁੰਦੇ ਆ ਗੁਰੂ ਸਾਹਿਬ। ਤਾਂ ਮੈਂ ਦੁਬਾਰਾ ਰਿਕੁਐਸਟ ਕੀਤੀ ਤੁਹਾਨੂੰ ਵੀ ਦੁਬਾਰਾ ਪੜ੍ਹ ਦਿਓ। ਜਦੋਂ ਤੁਸੀਂ ਦੂਜੀ ਵਾਰ ਪੜ੍ਹਿਆ, ਮੇਰੇ ਮਨ ਨੇ ਸਮਝਿਆ ਵੀ ਅਣਹੋਣੀ ਹੋਈ ਹੋਵੇ ਤੇ ਚਿੰਤਾ ਕਰਨਾ, ਇਹ ਤਾਂ ਦੁਨੀਆ ਨਾਲ ਵਾਪਰਦੀ ਹੈ ਨਾ। ਨਾਨਕ ਥਿਰ ਨਹੀਂ ਕੋਏ, ਇੱਥੇ ਕੋਈ ਥਿਰ ਨਹੀਂ ਹੈ। ਇਸ ਕਰਕੇ ਮੈਨੂੰ ਤੁਹਾਡੀ ਬਾਬੇ ਦੀ ਬਾਣੀ ਨੇ ਧਰਵਾਸ ਦਿੱਤਾ ਤੇ ਮੈਂ ਪ੍ਰਸ਼ਾਦਾ ਛਕ ਲਿਆ ਵੀ ਮਰਿਆ ਨਾਲ ਮਰਿਆ ਤਾਂ ਨਹੀਂ ਜਾਣਾ, ਪਰ ਤੂੰ ਪਰੇਸ਼ਾਨ ਹੋ ਕੇ ਕਿਹੜਾ ਕਿਸੇ ਨੂੰ ਜਿਉਂਦਿਆਂ ਕਰ ਲੈਣਾ ਹੈ। ਪਰ ਕਹਿੰਦਾ ਮੈਨੂੰ ਇੱਕ ਗੱਲ ਦੀ ਹੈਰਾਨਗੀ ਹੈ ਵੀ ਜੇ ਤੁਹਾਡੇ ਬਾਬੇ ਦੀ ਬਾਣੀ ਦਾ ਇੱਕ ਸ਼ਲੋਕ ਮੇਰੇ ਵਰਗੇ ਬੰਦੇ ਦੀ ਜ਼ਿੰਦਗੀ ਬਦਲ ਸਕਦਾ, ਸੱਚੀ ਮੁੱਚੀ ਜਿਨ੍ਹਾਂ ਦਾ ਸਾਰਾ ਗੁਰੂ ਗ੍ਰੰਥ ਸਾਹਿਬ, ਉਹ ਕਿੰਨੇ ਮਹਾਨ ਲੋਕ ਹੋਣਗੇ। ਤੇ ਪ੍ਰਿੰਸੀਪਲ ਸਾਹਿਬ ਜੀ ਕਹਿੰਦੇ ਮੈਨੂੰ ਖੁਦ ਨੂੰ ਸ਼ਰਮ ਆਈ ਵੀ ਤੂੰ ਅਜੇ ਸਿਰਫ ਸ਼ਲੋਕ ਹੀ ਸੁਣਿਆ, ਜੇ ਸਾਡੇ ਵੱਲ ਵੇਖੇਂਗਾ ਤਾਂ ਤੇਰਾ ਭਰੋਸਾ ਸੱਚੀ ਧਰਮ ਤੋਂ ਉੱਠ ਜਾਣਾ। ਕਿਉਂਕਿ ਜੋ ਬਾਣੀ ਹੈ ਨਾ, ਜੋ ਗੁਰੂ ਗ੍ਰੰਥ ਸਾਹਿਬ ਹੈ, ਉਹ ਅਸੀਂ ਸਮਝਿਆ ਨਹੀਂ ਹੈ। ਸਾਨੂੰ ਚਲਾਕ ਬੰਦਿਆਂ ਨੇ ਸਮਝਣ ਵਾਲੇ ਬੰਨੇ ਤੁਰਨ ਹੀ ਨਹੀਂ ਦਿੱਤਾ। ਤੁਸੀਂ ਕਿਸੇ ਥਾਂ ਤੇ ਚਲੇ ਜਾਓ ਤੇ ਧਰਮ ਕਮਾਉਣ ਦਾ ਇੱਕ ਵੀ ਥਾਂ ਐਸਾ ਨਹੀਂ ਜਿੱਥੇ ਕਿਤੇ ਤੁਹਾਨੂੰ ਇਹ ਕਿਹਾ ਜਾਂਦਾ ਹੋਵੇ ਵੀ ਬੈਠੋ ਘੜੀ ਤੁਹਾਨੂੰ ਕੋਈ ਬਾਣੀ ਦੀ ਗੱਲ ਸਮਝਾਉਂਦੇ ਆ। ਇੱਕੋ ਹੀ ਤਰੀਕਾ ਆ, ਪਰਚੀ ਕਟਾਓ, ਪਾਠ ਰੱਖੋ, ਭੋਗ ਪਾਓ ਤੇ ਘਰ ਨੂੰ ਜਾਓ। ਕੀ ਹੋ ਗਿਆ ਧਰਮ ਨਾਲ? ਇਹ ਕਿਹੜੇ ਗੁਰੂ ਦੀ ਫਿਲਾਸਫੀ ਹੈ? ਅਸੀਂ ਕਿਉਂ ਨਹੀਂ ਸਮਝਣਾ ਚਾਹੁੰਦੇ ਇਹ ਗੱਲਾਂ? ਅਸੀਂ ਕਿਉਂ ਨਹੀਂ ਗੌਰ ਕਰਨਾ ਚਾਹੁੰਦੇ ਇਹਨਾਂ ਗੱਲਾਂ ਤੇ? ਫਿਰ ਇਹ ਸ਼ਬਦ, ਜਿਹੜਾ ਸ਼ਬਦ ਆਪਾਂ ਅੱਜ ਪੜ੍ਹਨ ਜਾ ਰਹੇ, ਇਹ ਸ਼ਬਦ ਕਿੱਥੋਂ ਸਮਝ ਲੱਗਣੇ ਨੇ, ਕਦੋਂ ਪੜ੍ਹੇ ਜਾਣੇ ਨੇ, ਕਦੋਂ ਨਹੀਂ ਪੜ੍ਹੇ ਜਾਣੇ? ਇਸੇ ਕਰਕੇ ਅਸੀਂ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਨਾ, ਉੱਥੇ ਵੀ ਇਹ ਗੱਲਾਂ ਇੰਨ ਬਿਨ ਲਾਗੂ ਹੋ ਰਹੀਆਂ ਨੇ। ਤੇ ਰਹਾਓ ਵਾਲਾ ਬੰਦ, ਜਿਹਦਾ ਅਰਥ ਹੀ ਠਹਿਰਨਾ ਹੁੰਦਾ, ਗੁਰੂ ਸਾਹਿਬ ਜੀ ਕਹਿੰਦੇ ਰੋਕ ਇਹਨੂੰ ਸਮਝ ਧਿਆਨ ਨਾਲ। ਰਹਾਓ ਵਾਲੇ ਬੰਦ 'ਚ ਕਹਿੰਦੇ ਮੁੱਲਾ ਕਹੋ ਨਿਆਓ ਖੁਦਾਈ, ਤੂੰ ਬੜੇ ਨਿਆਂ ਦੀਆਂ ਗੱਲਾਂ ਕਰਦਾ, ਤੂੰ ਕਹਿੰਦਾ ਮੈਂ ਕਾਜ਼ੀ ਹਾਂ, ਮੈਨੂੰ ਰੱਬ ਦਾ ਬਹੁਤ ਪਤਾ ਆ, ਮੈਨੂੰ ਅੱਲਾਹ ਤਾਲਾ ਦੀ ਬਹੁਤ ਸਮਝ ਹੈ, ਮੈਨੂੰ ਇੰਜ ਲੱਗਦਾ ਵੀ ਤੇਰੇ ਮਨ ਕਾ ਭਰਮ ਨਾ ਜਾਈ, ਤੂੰ ਤੇ ਆਪ ਇੱਕ ਬਹੁਤ ਵੱਡੇ ਭਰਮ 'ਚ ਹੈ, ਤੂੰ ਕਿਸੇ ਦੂਜੇ ਬੰਦੇ ਦਾ ਭਰਮ ਦੂਰ ਕਿਵੇਂ ਕਰੇਗਾ? ਤੇ ਮੁੱਲਾ ਕਹਿੰਦਾ ਮੈਨੂੰ ਕੀ ਭਰਮ ਹੈ? ਤੇ ਕਬੀਰ ਸਾਹਿਬ ਜੀ ਕਹਿੰਦੇ ਕਿੰਨੇ ਭਰਮ ਤਾਂ ਤੂੰ ਧਰਮ ਨਾਲ ਜੋੜੀ ਫਿਰਦਾ, ਕਿੰਨੇ ਵੱਡੇ ਵੱਡੇ ਭਰਮ ਤੇਰੇ ਅਕੋਰਡਿੰਗ, ਤੇਰੇ ਮੰਨਣ ਮੁਤਾਬਕ ਹੀ ਭਰਮ ਜਿਹੜੇ ਧਰਮ ਨਾਲ ਜੁੜੇ ਹੋਏ ਨੇ। ਦੁਨੀਆ ਨੂੰ ਪੜ੍ਹ ਪੜ੍ਹ ਕੇ ਸੁਣਾਉਣਾ ਵੀ ਰੱਬ ਨਿਆਂ ਕਰਦਾ ਆ, ਰੱਬ ਫੈਸਲੇ ਕਰਦਾ ਆ, ਰੱਬ ਮਾੜੇ ਤੇ ਚੰਗੇ ਦੀ ਪਰਖ ਕਰਦਾ ਆ, ਪਰ ਜੇ ਮੇਰੀ ਨਿਗਾਹ ਨਾਲ, ਮੇਰੇ ਪੁਆਇੰਟ ਆਫ ਵਿਊ ਤੋਂ ਕੋਈ ਵੇਖੇ ਤੇ ਸਭ ਤੋਂ ਭੈੜਾ ਬੰਦਾ ਇਸਲਾਮ ਵਿੱਚ ਜੇ ਕੋਈ ਮੈਨੂੰ ਲੱਗਦਾ ਤੇ ਮੁੱਲਾ ਤੂੰ ਹੈ। ਇੱਕ ਬਾਬਾ ਕਬੀਰ ਜੀ ਦੇ ਸ਼ਬਦ ਨੇ। ਤੁਸੀਂ ਬਾਣੀ 'ਚ ਸ਼ਬਦ ਵੇਖੋਗੇ ਬਾਬੇ ਨਾਨਕ ਜੀ ਦੇ, ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛੋ ਵੀ ਮਹਾਰਾਜ ਇਹ ਦੁਨੀਆ ਭ੍ਰਿਸ਼ਟੀ ਕਿਵੇਂ ਗਈ, ਦੁਨੀਆ ਭੈੜੀ ਕਿਵੇਂ ਹੋ ਗਈ? ਤੇ ਉਹਨਾਂ ਨੇ ਇੱਕ ਰੀਜ਼ਨ ਦੱਸਿਆ, ਉਜਾੜੇ ਦਾ ਰਾਹ ਦੱਸਿਆ ਵੀ ਦੁਨੀਆ ਉਜੜੀ ਕਿਉਂ, ਦੁਨੀਆ ਬਰਬਾਦ ਕਿਉਂ ਹੋਈ। ਤੇ ਉਹ ਸ਼ਬਦ ਵਰਤੇ ਪਿਤਾ ਗੁਰੂ ਨਾਨਕ ਸਾਹਿਬ ਜੀ, ਸ਼ਬਦ ਲੰਬੇਰਾ ਆ, ਤੁਸੀਂ ਕਿੰਨੀ ਵਾਰ ਸੁਣਿਆ, ਪੰਕਤੀਆਂ ਮੈਂ ਸਾਂਝੀਆਂ ਕਰਦਾ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੈ ਅੰਧ ਤੀਨੇ ਉਜਾੜੇ ਕਾ। ਇਹਨਾਂ ਨੇ ਬੰਨ ਸਮਾਜ ਦੇ ਉਜਾੜੇ ਦਾ ਬੰਨਿਆ ਹੋਇਆ। ਇਹ ਤਿੰਨ ਬੰਦੇ ਨੇ ਜਿਨ੍ਹਾਂ ਨੇ ਸਮਾਜ ਉਜਾੜਿਆ ਹੈ। ਪਰ ਜੇ ਅੱਜ 21ਵੀਂ ਸਦੀ 'ਚ ਗੱਲ ਕਰਨੀ ਹੋਵੇ ਤੇ ਫਿਰ ਮੈਨੂੰ ਐ ਲੱਗਦਾ ਵੀ ਪ੍ਰਚਾਰਕ ਸ਼ਾਮਲ ਕਰਨੇ ਚਾਹੀਦੇ ਵੀ ਇਹ ਚਾਰ ਬੰਦੇ ਨੇ ਜਿਨ੍ਹਾਂ ਨੇ ਧਰਮ ਦਾ ਬੇੜਾ ਗਰਕ ਕੀਤਾ ਹੋਇਆ। ਤੇ ਪੰਜਵਾਂ ਆ ਮੈਨੇਜਮੈਂਟ, ਪ੍ਰਬੰਧ। ਆਪਾਂ ਇੱਕ ਵਾਰ ਗੱਲ ਸਾਂਝੀ ਕੀਤੀ ਸੀ ਵੀ ਸਾਡੇ ਟਾਈਮ ਪਾਸ ਹੋ ਰਿਹਾ, ਅਸੀਂ ਸਮਝਣ ਲਈ ਤਿਆਰ ਨਹੀਂ। ਜਿੰਨਾ ਚਿਰ ਤੱਕ ਅਸੀਂ ਸਾਰੀਆਂ ਗੱਲਾਂ ਨੂੰ ਪੂਰੀ ਬਰੀਕੀ ਨਾਲ ਬੈਠ ਕੇ ਧਰਮ ਦੀਆਂ ਗੱਲਾਂ ਨੂੰ ਸਮਝਦੇ ਨਹੀਂ, ਸਾਰੇ ਦਾ ਸਾਰਾ ਸਿਲਸਿਲਾ ਪ੍ਰਚਾਰਕ ਨੂੰ ਹੈਂਡਲ ਕੋਈ ਕਰਦਾ ਆ। ਸਾਡੀਆਂ ਜਥੇਬੰਦੀਆਂ ਦੀ ਕਮਾਂਡ ਕਿਸੇ ਦੂਜੇ ਦੇ ਹੱਥ ਵਿੱਚ ਹੈ। ਤੁਹਾਡਾ ਈਵਨ ਅਕਾਲ ਤਖਤ, ਸੱਚੀ ਮੁੱਚੀ ਅਸੀਂ ਕਾਹਲੀ 'ਚ ਪੰਜਾਬੀ ਸਾਰੇ ਉਹਨੂੰ ਕਾਲ ਤਖਤ ਕਹਿੰਦੇ ਨੇ, ਅਕਾਲ ਤਖਤ ਨਹੀਂ ਕਹਿੰਦੇ, ਆਪਾਂ ਕਹਿੰਦੇ ਕਾਲ ਤਖਤ। ਤੇ ਮੈਨੂੰ ਲੱਗਦਾ ਵੀ ਹੈ ਵੀ ਇਦਾਂ ਹੀ ਹੈ। ਅਕਾਲ ਤਖਤ ਨਹੀਂ ਰਹਿ ਗਿਆ ਹੁਣ। ਉਹ ਕਾਲ ਦਾ ਅਰਥ ਹੈ ਸਮਾਂ ਤੇ ਅਕਾਲ ਦਾ ਅਰਥ ਹੈ ਜਿਹਦੇ ਤੇ ਸਮੇਂ ਦਾ ਪ੍ਰਭਾਵ ਨਾ ਹੋਵੇ। ਹੁਣ ਤੁਸੀਂ ਅੱਜ ਦੇ ਦੌਰ ਵਿੱਚ ਜੇ ਵੇਖੋਗੇ ਤੇ ਤੁਹਾਡੇ ਹਰ ਇੱਕ ਸਿਸਟਮ ਦੇ ਵਿੱਚ, ਹਰ ਇੱਕ ਚੀਜ਼ ਵਿੱਚ ਸਮੇਂ ਦਾ ਪ੍ਰਭਾਵ ਹੈ।
ਅਸੀਂ ਸਮੇਂ ਦੇ ਪ੍ਰਭਾਵ ਤੋਂ ਆਜ਼ਾਦ ਨਹੀਂ ਹੋ ਸਕੇ। ਜਿਵੇਂ ਆਮ ਬੰਦੇ ਕਹਿੰਦੇ ਨੇ, ਕਿਸੇ ਬੰਦੇ ਦੇ ਐਬ ਵੇਖ ਕੇ ਕਹਿੰਦੇ ਹੈ ਹੀ ਕਲਯੁਗ ਹੈ ਜੀ, ਨਾ, ਇਹ ਮੰਨੋ ਬੰਦਾ ਭੈੜਾ ਹੈ, ਯੁੱਗ ਨਹੀਂ ਕੋਈ ਵੀ ਮਾੜਾ ਹੁੰਦਾ। ਜਿਵੇਂ ਆਪਾਂ ਕਹਿੰਦੇ ਸਮਾਂ ਹੀ ਇਦਾਂ ਦਾ ਆ ਗਿਆ, ਸਮਾਂ ਨਹੀਂ ਇਦਾਂ ਦਾ ਆਇਆ। ਕਬੂਲ ਇਹ ਕਰੋ ਵੀ ਆਪਾਂ ਇਦਾਂ ਦੇ ਹੋ ਗਏ ਆ, ਸਾਡੇ 'ਚ ਇਹ ਕਮੀਆਂ ਆ ਗਈਆਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਇਸ ਪੱਖ ਤੇ ਬਾਬੇ ਨਾਨਕ ਜੀ ਨੇ ਬਹੁਤ ਥਾਵਾਂ ਤੇ ਜ਼ਿਕਰ ਕੀਤਾ। ਬੜੇ ਪੱਖ ਹੁੰਦੇ ਆ ਜਿਹੜੇ ਮੈਂ ਸ਼ਾਰਟ ਸਾਂਝੇ ਕਰਦਾ, ਕਿਉਂਕਿ ਸ਼ਬਦ ਦੀ ਵਿਚਾਰ ਤੁਹਾਡੇ ਨਾਲ ਫਿਰ ਅਧੂਰੀ ਰਹਿ ਜਾਂਦੀ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਇੱਕ ਪਾਵਨ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ 'ਚ, ਕੰਪਲੀਟ ਮੇਰੇ ਤੋਂ ਉਹ ਵੀ ਨਹੀਂ ਹੋਣਾ, ਪਰ ਆਪ ਜ਼ਰੂਰ ਪੜ੍ਹਿਆ ਕਰੋ। ਸੁਭਾਅ ਬਣਾਓ, ਥੋੜ੍ਹਾ ਜਿਹਾ ਆਪਣੀ ਆਦਤ ਬਣਾਓ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਦੀ। ਜਦੋਂ ਗੁਰਦੁਆਰਾ ਸਾਹਿਬ ਆਉਂਦੇ ਹੋ ਤੇ ਸਤਿਕਾਰਯੋਗ ਭਾਈ ਸਾਹਿਬ ਜੀ ਹੋਣੀ, ਬਹੁਤ ਘੱਟ ਥਾਂ ਹੁੰਦੇ ਆ ਜਿੱਥੇ ਗੁਰੂ ਕੇ ਵਜ਼ੀਰ ਸਿਆਣੇ ਹੁੰਦੇ ਆ, ਮਾਫ ਕਰਿਓ, ਬਹੁਤ ਘੱਟ ਥਾਂ ਹੁੰਦੇ ਆ। ਸਾਡੀ ਕਥਾ ਦਾ ਰੌਲਾ ਸਾਰਿਆਂ ਥਾਵਾਂ ਤੇ ਗ੍ਰੰਥੀਆਂ ਨਾਲ ਜ਼ਿਆਦਾ ਪੈਂਦਾ ਹੈ। ਹਰ ਥਾਂ ਤੇ ਸਾਡੀ ਵਿਚਾਰ ਦਾ ਵਿਰੋਧ, ਸਾਡੀ ਵਿਚਾਰ ਦਾ ਵੀ ਨਹੀਂ, ਗੁਰੂ ਸਾਹਿਬ ਜੀ ਦੀ ਵਿਚਾਰ ਦਾ ਵਿਰੋਧ ਗ੍ਰੰਥੀ ਵੀਰ ਕਰਦੇ ਆ। ਪਰ ਸ਼ੁਕਰ ਹੈ ਕਿ ਜਿੱਥੇ ਇੱਥੇ ਪ੍ਰਬੰਧ ਨਿਜ਼ਾਮ ਚੰਗਾ ਆ, ਮਰਿਆਦਾ ਦੀ ਗੱਲ ਸਾਰੇ ਕਰਦੇ ਆ, ਉੱਥੇ ਗੁਰੂ ਕੇ ਵਜ਼ੀਰ ਸਤਿਕਾਰਯੋਗ ਭਾਈ ਜਗਦੀਸ਼ ਸਿੰਘ ਜੀ ਹੋਣੀ, ਗੁਰੂ ਕੇ ਪਿਆਰ ਵਾਲੇ, ਜਿਹਦੇ ਖੁਦ ਵੀ ਬਾਣੀ ਨੂੰ ਸਮਝਦੇ ਆ ਤੇ ਕੋਸ਼ਿਸ਼ ਕਰਦੇ ਆ ਵੀ ਤੁਹਾਡੇ ਨਾਲ ਵੀ ਦੋ ਚਾਰ ਸ਼ਬਦ ਹਮੇਸ਼ਾ ਬਾਣੀ ਦੇ ਮਰਿਆਦਾ ਦੇ ਕਰਨ। ਹਾਲਾਂਕਿ ਭਾਵੇਂ ਕਿ ਇਹ ਗੱਲਾਂ ਆਪਣੇ ਆਪ 'ਚ ਬਹੁਤ ਔਖੀਆਂ ਹੁੰਦੀਆਂ ਆ, ਇਹਦੇ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਪਰ ਬਾਵਜੂਦ ਇਸ ਦੇ ਉਹ ਡਟ ਕੇ ਗੱਲ ਕਰਦੇ ਆ। ਉਹ ਕਹਿੰਦੇ ਆ ਤੁਹਾਨੂੰ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਸਾਨੂੰ ਸਮਝਣ ਲਈ ਸੱਚੇ ਪਾਤਸ਼ਾਹ ਜੀ ਦੇ ਕੇ ਗਏ, ਨਾ ਕਿ ਸਿਰਫ ਮੱਥੇ ਟੇਕਣ ਲਈ। ਮੈਂ ਸ਼ਬਦ ਸਿਰਫ ਕਿਹਾ, ਕਈ ਬੰਦੇ ਕਹਿੰਦੇ ਫਿਰ ਮੱਥਾ ਨਾ ਟੇਕਿਆ ਕਰੀਏ, ਇਹ ਤਾਂ ਕਹਿ ਹੀ ਨਹੀਂ ਰਹੇ ਮੱਥਾ ਨਾ ਟੇਕੋ, ਪਰ ਇਹ ਕਹਿ ਰਹੇ ਆ ਵੀ ਮੱਥਾ ਟੇਕਦੇ ਹੋ ਉਹਨੂੰ ਸਮਝੋ ਵੀ ਤਾਂ ਸਹੀ ਵੀ ਕਿਹਨੂੰ ਟੇਕ ਰਹੇ ਆ, ਹੈ ਕੀ ਇਹਦੇ 'ਚ, ਐਸਾ ਕੀ ਹੈ ਜਿਹਦੇ 'ਚ ਦੁਨੀਆ ਸਾਰੀ ਮੱਥਾ ਟੇਕਦੀ ਹੈ ਇਹਨੂੰ। ਮੈਂ ਬੇਨਤੀ ਕਰਨ ਲੱਗਾ ਸੀ ਵੀ ਸਭ ਤੋਂ ਵੱਧ ਜਿਹੜੀ ਮੁਸ਼ਕਲ ਹੈ ਨਾ ਸਾਡੀ ਅੱਜ ਧਰਮ ਅਸਥਾਨਾਂ ਦੀ ਹੈ। ਧਰਮ ਅਸਥਾਨ ਸੱਚੀ ਮੁੱਚੀ ਬਾਣੀ ਦੀ ਗੱਲ ਨਾਲੋਂ ਸਾਨੂੰ ਕੋਹਾਂ ਦੂਰ ਲੈ ਗਏ ਨੇ। ਗੁਰਦੇਵ ਪਿਤਾ ਜੀ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੇ ਘਰ ਘਰ ਧਰਮਸ਼ਾਲ ਬਣਾਉਣ ਦੀ ਗੱਲ ਕੀਤੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਹਰ ਬੰਦੇ ਨੂੰ ਰੱਬ ਦਾ ਰੂਪ ਬਣਾਉਣ ਦੀ ਗੱਲ ਕੀਤੀ। ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੋਗੇ ਨਾ ਧਿਆਨ ਨਾਲ ਤੇ ਮਹਾਰਾਜ ਕਹਿੰਦੇ ਹਰ ਬੰਦਾ ਰੱਬ ਦਾ ਰੂਪ ਬਣੇ, ਤਾਂ ਹੀ ਉਹ ਧਰਮ ਅਸਥਾਨ ਤੇ ਆਉਂਦਾ ਹੈ, ਉਹ ਧਰਮੀ ਬਣੇ। ਅਸੀਂ ਧਰਮ ਅਸਥਾਨ ਤੇ ਅਹਿਸਾਨ ਕਰਨ ਆਉਂਦੇ ਹਾਂ, ਜਿਵੇਂ ਵੀ ਮੱਥਾ ਟੇਕਤਾ ਮਹਾਰਾਜ ਜੀ ਅਹਿਸਾਨ ਕਰਤਾ ਤੈਨੂੰ। ਨਹੀਂ ਭਾਈ, ਤੁਹਾਡੇ ਨਾਲ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ, ਜੇ ਆਪਾਂ ਸਾਰੇ ਰਲ ਕੇ ਕਹੀਏ ਨਾ ਰੱਬਾ ਤੂੰ ਬਹੁਤ ਵੱਡਾ ਹੈ, ਇਹਦੇ ਨਾਲੋਂ ਵੱਡਾ ਨਹੀਂ ਹੋ ਜਾਣਾ, ਤੇ ਜੇ ਆਪਾਂ ਸਾਰੇ ਰਲ ਕੇ ਕਹਿ ਦਈਏ ਤੂੰ ਕੋਈ ਵੱਡਾ ਨਹੀਂ, ਤੇ ਇਹਦੇ ਨਾਲੋਂ ਨਿੱਕਾ ਨਹੀਂ ਹੋ ਜਾਂਦਾ। ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ, ਘਾਟ ਨਾ ਜਾਏ। ਇਹ ਨਾ ਫਿਕਰ ਕਰੋ ਵੀ ਉਹਨੂੰ ਕੋਈ ਮੰਨਦਾ ਨਹੀਂ, ਉਹਨੂੰ ਕੋਈ ਪ੍ਰਵਾਨ ਨਹੀਂ ਕਰਦਾ। ਗੱਲ ਇਹ ਹੈ ਵੀ ਜਿਹੜੇ ਪ੍ਰਵਾਨ ਕਰਦੇ ਨੇ ਉਹ ਜ਼ਿੰਦਗੀ 'ਚ ਕਿੰਨਾ ਕੁ ਜਿਉਂਦੇ ਨੇ, ਕਿੰਨਾ ਕੁ ਮਹਿਸੂਸ ਕਰਦੇ ਨੇ ਉਹਨਾਂ ਸਾਰੀਆਂ ਗੱਲਾਂ ਨੂੰ। ਸੱਚੇ ਪਾਤਸ਼ਾਹ ਜੀ ਦੀ ਬਾਤ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਕਾਜ਼ੀ ਜਿਹੜਾ ਇਹਨੇ ਸਭ ਤੋਂ ਭੈੜਾ ਬੰਦਾ ਹੈ, ਇਹਨੇ ਸਮੇਂ ਦੇ ਖਿਆਲ ਸਾਡੇ ਦਿਮਾਗ 'ਚ ਪਾਏ ਨੇ। ਹੁਣ ਜਿਵੇਂ ਸਿੱਖ ਨਹੀਂ ਕਹਿੰਦੇ ਬੁੱਧਵਾਰ ਚੰਗਾ ਹੁੰਦਾ ਤੇ ਸ਼ਨੀਵਾਰ, ਇਹ ਕਿੱਥੋਂ ਆ ਗਈ ਗੱਲ, ਸਿੱਖਾਂ 'ਚ ਕਿਵੇਂ ਆ ਗਈ? ਬਾਣੀ 'ਚ ਤਾਂ ਐਂ ਲਿਖਿਆ ਸੋਈ ਦਿਨ ਸੁਹਾਵੜਾ, ਹਰ ਉਹ ਦਿਨ ਚੰਗਾ ਆ ਜਦੋਂ ਤੁਸੀਂ ਜਿੱਤ ਪ੍ਰਭ ਆਵੇ ਚਿੱਤ। ਨਾਲੇ ਬਾਣੀ 'ਚ ਲਿਖਿਆ ਮਾਹ ਦਿਵਸ ਮਹੂਰਤ ਭਲੇ, ਹਰ ਮਾਹ ਮਹੀਨਾ, ਹਰ ਦਿਵਸ ਦਿਨ, ਹਰ ਮਹੂਰਤ ਚੰਗਾ ਆ ਜਾਂ ਕੋ ਨਦਰ ਕਰੇ। ਜੇ ਤੇਰੀ ਜ਼ਿੰਦਗੀ ਦੇ ਅੰਦਰ ਪ੍ਰਮਾਤਮਾ ਆ, ਕੋਈ ਵੇਲਾ ਚੰਗਾ ਤੇ ਮਾੜਾ ਨਹੀਂ ਹੁੰਦਾ। ਸਵੇਰ ਦਾ ਵੇਲਾ ਚੰਗਾ ਵੀ ਹੁੰਦਾ ਤੇ ਮਾੜਾ ਵੀ ਹੁੰਦਾ। ਕਈ ਬੰਦੇ ਸਵੇਰੇ ਉੱਠ ਕੇ ਰੱਬ ਦਾ ਨਾਮ ਲੈਂਦੇ ਨੇ, ਉਹਨਾਂ ਲਈ ਚੰਗਾ ਆ, ਤੇ ਕਈ ਬੰਦੇ ਜਿਹੜੇ ਰਾਤ ਨੂੰ ਪੀ ਕੇ ਸੁੱਤੇ ਹੁੰਦੇ ਨੇ ਉਹ ਸਵੇਰੇ ਬੋਤਲ ਲੱਭ ਰਹੇ ਹੁੰਦੇ ਨੇ, ਉਹਨਾਂ ਦੇ ਹਿਸਾਬ ਨਾਲ ਹੁਣ ਵੇਲਾ ਚੰਗਾ ਕਿਵੇਂ ਹੋ ਗਿਆ? ਸੋ ਵੇਲਾ ਤੇ ਸਮਾਂ ਕੋਈ ਚੰਗਾ ਮਾੜਾ ਨਹੀਂ ਹੁੰਦਾ। ਚੰਗਾ ਤੇ ਮਾੜਾ ਹੁੰਦਾ ਤੁਹਾਡਾ ਪੁਆਇੰਟ ਆਫ ਵਿਊ, ਤੁਸੀਂ ਕਿਸੇ ਚੀਜ਼ ਨੂੰ ਕਿਵੇਂ ਵੇਖਦੇ ਆ। ਕਿਸੇ ਲਈ ਆਹ ਵੇਲਾ ਵੀ ਚੰਗਾ ਆ ਤੇ ਕਿਸੇ ਲਈ ਹੋ ਸਕਦਾ ਆਹ ਵੇਲਾ ਮਾੜਾ ਹੋਵੇ। ਕੋਈ ਰੱਬ ਦੇ ਨਾਂ ਨਾਲ ਜੁੜਿਆ ਹੋਇਆ ਦੁਪਹਿਰ ਦੇ ਵੇਲੇ ਵੀ ਰੱਬ ਨਾਲ ਜੁੜ ਸਕਦਾ, ਤੇ ਜਿਹਨੇ ਨਹੀਂ ਜੁੜਨਾ ਹੋ ਸਕਦਾ ਉਹ ਸਵੇਰੇ ਉੱਠ ਕੇ ਵੀ ਰੱਬ ਨਾਲ ਨਾ ਜੁੜੇ। ਬੜੇ ਬੰਦੇ ਨੇ ਇੱਥੇ, ਬਹੁਤ ਸਾਰੀਆਂ ਚੀਜ਼ਾਂ ਸਾਡੇ ਸਮਾਜ ਵਿੱਚ ਨੇ ਜਿਨ੍ਹਾਂ ਨੂੰ ਸਾਨੂੰ ਬਰੀਕੀ ਨਾਲ ਸਮਝਣ ਦੀ ਲੋੜ ਹੈ। ਮੈਂ ਜ਼ਿਕਰ ਕਰਦਾ ਸੀ ਸਮੇਂ ਦਾ ਪ੍ਰਭਾਵ ਪੁਜਾਰੀ ਨੇ ਤੁਹਾਡੇ ਜ਼ਿਹਨ ਵਿੱਚ ਪਾਇਆ,
ਤੇ ਸਿੱਖ ਵੀ ਦਿਨਾਂ ਤੇ ਮੂਰਤਾਂ ਦੀ ਵਿਚਾਰ ਕਰਨ ਲੱਗ ਪਿਆ। ਇਹਨਾਂ ਮੁਲਕਾਂ 'ਚ ਬਹਿ ਕੇ ਬੰਦੇ ਟੇਵੇ ਲਵਾਉਂਦੇ ਆ ਵਿਆਹਾਂ ਦੇ। ਕਿੱਡੀ ਹੈਰਾਨਗੀ ਦੀ ਗੱਲ ਹੈ ਵੀ ਕਿਹੜੇ ਦਿਨ ਚੰਗੇ ਹੋਣਗੇ। ਕਦੀ ਆ ਕੰਜਕਾਂ ਦੇ ਦਿਨ ਨੇ, ਇੱਥੇ ਕੀ ਮਤਲਬ ਹੈ ਕੰਜਕਾਂ ਦਾ? ਮੇਰੇ ਕੋਲ ਫਿਰ ਵਕਤ ਨਹੀਂ ਵੀ ਮੈਂ ਉਹਦੇ ਡੇਟੇ। ਇਹ ਕੀ ਮਤਲਬ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ, ਜਦੋਂ ਗੁਰੂ ਸਾਹਿਬ ਜੀ ਕਹਿੰਦੇ ਹਰ ਵੇਲਾ ਚੰਗਾ ਆ। ਸੋ ਵੇਲਾ ਆਪਣੇ ਆਪ ਵਿੱਚ ਚੰਗਾ ਨਹੀਂ ਹੁੰਦਾ, ਸਮਾਂ ਕਲਯੁਗ ਆ ਗਿਆ ਜੀ। ਗੁਰੂ ਸਾਹਿਬ ਜੀ ਬਾਣੀ 'ਚ ਕਹਿੰਦੇ ਕਿਤੇ ਹੀ ਦੇਸ ਨਾ ਆਇਆ ਸੁਣਿਆ, ਤੀਰਥ ਪਾਸ ਨਾ ਬੈਠਾ, ਕਿਉਂ ਕਮਲ ਕੁੱਟਦੇ ਹੋ, ਕਿਉਂ ਲੋਕਾਂ ਨੂੰ ਸ਼ਦਾਈ ਬਣਾਉਂਦੇ ਹੋ। ਇਹ ਕਲਯੁਗ ਕੋਈ ਇੱਦਾਂ ਟਰੈਵਲ ਨਹੀਂ ਕਰਦਾ ਵੀ ਅੱਜ ਇਹ ਕੈਨੇਡਾ ਵਿੱਚ ਹੈ, ਫਿਰ ਇਹ ਅਮਰੀਕਾ 'ਚ ਜਾਏਗਾ, ਫਿਰ ਇਹ ਇੰਡੀਆ 'ਚ ਜਾਏਗਾ। ਇਹ ਕੀ ਤਰੀਕਾ ਹੋਇਆ? ਨਾਲੇ ਕਲਯੁਗ ਤੇ ਸਤਯੁਗ ਇਹ ਗੱਲਾਂ ਤੇ ਹੈ ਹੀ ਭਾਰਤ ਦੀਆਂ ਨੇ, ਇਹਨਾਂ ਮੁਲਕਾਂ ਦੀ ਤੇ ਇਹ ਗੱਲ ਹੀ ਨਹੀਂ, ਥਿਊਰੀ ਨਹੀਂ। ਇਹ ਅਸੀਂ ਇੱਥੇ ਵੀ ਲੈ ਆਂਦੀਆਂ ਸਾਰਿਆਂ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਵੇਖੋ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕੌਣ ਨਰਕ ਕਿਆ ਸਵਰਗ ਵਿਚਾਰਾ, ਸੰਤਨ ਦਊ ਰਾਦੇ, ਹਮ ਕਾਹੂ ਕੀ ਕਾਨ ਨਾ ਕੱਢਤੇ, ਆਪਣੇ ਗੁਰ ਪ੍ਰਸਾਦੇ। ਕਬੀਰ ਸਾਹਿਬ ਕਹਿੰਦੇ ਕਾਜੀ ਸਭ ਤੋਂ ਵੱਧ ਸਮਾਜ ਦਾ ਨੁਕਸਾਨ ਤੂੰ ਕੀਤਾ। ਲੋਕਾਂ ਨੂੰ ਪੜ੍ਹ ਪੜ੍ਹ ਕੇ ਸੁਣਾਉਣਾ ਵੀ ਰੱਬ ਨਿਆਂ ਕਰਦਾ ਹੈ, ਪਰ ਨਾਲ ਨਾਲ ਰੱਬ ਦੇ ਨਿਆਂ ਦੀ ਗੱਲ ਤੂੰ ਕਰਦਾ ਕਰਦਾ ਰੱਬ ਦੇ ਘਰ 'ਚ ਹੀ ਅਨਿਆਂ ਵਾਲੀਆਂ ਗੱਲਾਂ ਕਰ ਰਿਹਾ। ਨਾਲੇ ਤਾਂ ਤੂੰ ਕਹਿੰਦਾ ਵੀ ਰੱਬ ਸਾਰਿਆਂ ਥਾਵਾਂ ਤੇ ਵੱਸਦਾ ਤੇ ਨਿਆਂ ਕਰਦਾ, ਨਾਲੇ ਤੇਰੇ ਕਰਮ ਹੀ ਇਸ ਗੱਲ ਨਾਲ ਮੇਲ ਨਹੀਂ ਖਾਂਦੇ। ਤੂੰ ਰੱਬ ਦੇ ਨਾਂ ਤੇ ਕਿੰਨੇ ਭੈੜੇ ਭੈੜੇ ਕਰਮ ਅਪਣਾਏ ਹੋਏ ਨੇ। ਤੇਰੇ ਮਨ ਕਾ ਭਰਮ ਨਾ ਜਾਈ, ਤੇਰੇ ਮਨ ਦਾ ਭਰਮ ਦੂਰ ਨਹੀਂ ਹੋਇਆ। ਕਿਉਂਕਿ ਕਾਜੀ ਮੰਨਦਾ ਆ, ਜਿਹੜਾ ਇਸਲਾਮ ਹੈ ਉਹ ਇਹ ਤੇ ਮੰਨਦਾ ਅੱਲਾ ਇੱਕ ਹੈ, ਪਰ ਉਹ ਨਾਲ ਨਾਲ ਇਹ ਵੀ ਮੰਨਦਾ ਵੀ ਉਹ ਰਹਿੰਦਾ ਸਿਰਫ ਤੇ ਸਿਰਫ ਮੱਕੇ ਵਿੱਚ ਹੀ ਹੈ। ਇਹ ਇਸਲਾਮ ਮੰਨਦਾ ਹੈ ਇੱਦਾਂ, ਕਹਿੰਦੇ ਰੱਬ ਇੱਕ ਹੈ, ਅੱਲਾਹ ਤਾਲਾ ਇੱਕ ਹੈ, ਪਰ ਰਹਿੰਦਾ ਮੱਕੇ ਹੈ। ਕਾਬੇ ਦੀ ਤਾਂ ਹੀ ਬਾਣੀ 'ਚ ਲਿਖਿਆ ਨਾ, ਹਿੰਦੂ ਅੰਨਾ ਤੁਰਕੂ ਕਾਣਾ, ਦੋਹੋਂ ਤੇ ਗਿਆਨੀ ਗਿਆਨੀ ਦਾ ਮਤਲਬ ਹੈ ਸਮਝਦਾਰ ਬੰਦਾ। ਗਿਆਨੀ ਦਾ ਮਤਲਬ ਇਹ ਨਹੀਂ ਵੀ ਅਸੀਂ ਸਿਆਣੇ ਆ। ਮੇਰੇ ਵਰਗਾ ਬੰਦਾ ਕਹੇ ਮੈਨੂੰ ਗੁਰੂ ਸਾਹਿਬ ਜੀ ਨੇ ਗਿਆਨੀ ਕਿਹਾ, ਆਪਾਂ ਚੌੜੇ ਹੋਏ ਫਿਰਦੇ ਆ ਵੀ ਅਸੀਂ ਸਿਆਣੇ ਆ। ਸ਼ਾਇਦ ਜੇ ਤੇਰੀ ਜ਼ਿੰਦਗੀ 'ਚ ਕਰਮਕਾਂਡ ਜੁੜਿਆ ਤੇ ਸਿਆਣਾ ਤੂੰ ਵੀ ਨਹੀਂ। ਗਿਆਨੀ ਮਤਲਬ ਗਿਆਨਵਾਨ। ਤੇ ਗਿਆਨੀ ਦੀ ਡੈਫੀਨੇਸ਼ਨ ਚੇਤੇ ਰੱਖਿਓ। ਮੈਂ ਇੱਕ ਸ਼ਲੋਕ ਸਾਂਝਾ ਕਰ ਦੇਣਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ। ਭੈ ਕਾਹੂ ਕੋ ਦੇਤ ਨਹਿ, ਨਹ ਪੈ ਮਾਨਤ, ਕਿਸੇ ਨੂੰ ਡਰਾਵੇ ਨਾ ਤੇ ਕਿਸੇ ਤੋਂ ਡਰੇ ਨਾ। ਯਾਨੀ ਕਿ ਮਾੜੇ ਤੇ ਰੋਬ ਨਾ ਪਾਵੇ ਤੇ ਤਗੜੇ ਦਾ ਰੋਬ ਝੱਲੇ ਨਾ, ਉਹਨੂੰ ਬਾਬੇ ਦੀ ਬਾਣੀ ਗਿਆਨੀ ਮੰਨਦੀ ਹੈ। ਪਰ ਮੈਨੂੰ ਦੱਸਿਓ ਅੱਜ ਸਿੱਖ ਕੌਮ ਡਰਦੀ ਹੈ ਕਿ ਨਹੀਂ ਡਰਦੀ? ਸਭ ਤੋਂ ਵੱਧ ਆਪਾਂ ਡਰਦੇ ਹਾਂ। ਸਾਡੇ ਬੂਹੇ ਗਾੜੀ ਕੋਈ ਚੌਲ ਬੰਨ੍ਹ ਕੇ ਸੁੱਟ ਜਾਏ ਨਾ ਟਾਕੀ 'ਚ, ਸਾਡੇ ਪਰਲੋ ਆ ਜਾਂਦੀ ਸਵੇਰੇ ਕਿ ਪਤਾ ਨਹੀਂ ਕੋਈ ਕਰ ਗਿਆ ਹੋਣਾ। ਇਹਨਾਂ ਮੁਲਕਾਂ 'ਚ ਵੀ ਬੰਦੇ ਐਂ ਡਰਦੇ ਆ। ਉਹ ਨਹੀਂ ਭਾਈ, ਕੁਝ ਨਹੀਂ ਹੁੰਦਾ ਇਹਨਾਂ ਚੀਜ਼ਾਂ ਨਾਲ। ਹਾਂ ਇਹ ਠੀਕ ਹੈ ਵੀ ਜੇ ਤੁਸੀਂ ਬਾਣੀ ਨੂੰ ਸਮਝਦੇ ਹੋ ਫਿਰ ਤਾਂ ਇਹ ਗੱਲਾਂ ਤੁਹਾਨੂੰ ਨੋਰਮਲ ਲੱਗਣੀਆਂ ਨੇ, ਫਿਰ ਕੋਈ ਫਰਕ ਨਹੀਂ ਪੈਂਦਾ। ਪਰ ਅਸੀਂ ਵੀ ਡਰਦੇ ਹਾਂ। ਧਾਗੇ ਅਸੀਂ ਵੀ ਬੰਨ੍ਹਦੇ ਹਾਂ ਗੁੱਟਾਂ ਤੇ, ਕੜੇ ਦੇ ਨਾਲ ਸਾਡੇ ਵੀ ਧਾਗਾ ਨਜ਼ਰ ਹੀ ਆਉਂਦਾ ਹੈ। ਭਾਵੇਂ ਉਹ ਅਖੰਡ ਪਾਠ ਦੀ ਮੌਲੀ ਵਾਲਾ ਹੀ ਧਾਗਾ ਕਿਉਂ ਨਾ ਹੋਵੇ, ਅਖੰਡ ਪਾਠ ਦੇ ਲਾਗੇ ਧਾਗਾ ਜਿਹੜਾ ਪਿਆ ਉਹਦੇ 'ਚ ਬਾਣੀ ਪ੍ਰਵੇਸ਼ ਕਰ ਗਈ, ਉਹ ਗੁੱਟ ਤੇ ਬੰਨ ਲਿਆ। ਕਮਾਲ ਹੈ, ਗੁਰੂ ਸਾਹਿਬ ਜੀ ਦੀ ਬਾਣੀ 'ਚ ਕਿਤੇ ਲਿਖਿਆ ਵੀ ਧਾਗਿਆਂ 'ਚ ਬਾਣੀ ਵੜ ਜਾਂਦੀ ਹੈ? ਕਿਤੇ ਨਹੀਂ ਲਿਖਿਆ। ਕਿੱਥੇ ਪੈਂਦੀ ਹੈ ਬਾਣੀ? ਇਹ ਸ਼ਰਵਣੋ ਮੇਰਿਓ। ਕਿਹਨੇ ਸੁਣਨੀ ਹੈ ਬਾਣੀ? ਅਸੀਂ ਘੜੇ ਨੂੰ ਸੁਣਾ ਰਹੇ ਹਾਂ, ਅਸੀਂ ਧਾਗਿਆਂ ਨੂੰ ਸੁਣਾ ਰਹੇ ਹਾਂ, ਅਸੀਂ ਕਿੰਨੇ ਕੁਰਾਏ ਪਏ ਹੋਏ ਆ। ਅਸੀਂ ਇਹ ਮੰਨਦੇ ਹਾਂ ਵੀ ਇਹਦੇ 'ਚ ਬਾਣੀ ਪ੍ਰਵੇਸ਼ ਕਰ ਜਾਣੀ ਹੈ। ਇਹਦੇ 'ਚ ਕਿੰਨੇ ਕਰਮ ਕਾਂਡ ਸਾਡੀ ਜ਼ਿੰਦਗੀ ਦੇ ਅੰਦਰ, ਕਿੰਨੇ ਵਹਿਮ ਭਰਮ ਸਾਡੀ ਲਾਈਫ ਵਿੱਚ ਜੁੜੇ ਹੋਏ ਆ। ਤਾਂ ਹੀ ਕਰਕੇ ਬਾਬੇ ਦੀ ਬਾਣੀ ਤੇ ਬਾਬੇ ਦੀ ਬਾਣੀ ਦੇ ਖਿਆਲ ਸਾਨੂੰ ਸਮਝ ਵਿੱਚ ਨਹੀਂ ਆਉਂਦੇ। ਅਸੀਂ ਬਹੁਤ ਸਾਰੇ ਕਰਮ ਕਾਂਡ ਆਪਣੀ ਜ਼ਿੰਦਗੀ 'ਚ ਜਾਣ ਬੁੱਝ ਕੇ ਚਮੇੜੀ ਫਿਰਦੇ ਹਾਂ। ਕੋਈ ਨਹੀਂ, ਗੁਰਦੁਆਰੇ ਤੇ ਸਾਡੇ ਘਰ ਜਦੋਂ ਪ੍ਰਕਾਸ਼ ਕੀਤਾ ਜਾਏ ਤੇ ਸਾਡਾ ਸਾਰਾ ਧਿਆਨ ਕਾਹਦੇ 'ਚ ਰਹਿਣਾ ਚਾਹੀਦਾ? ਬੋਲੋ ਗੱਜ ਕੇ, ਕਾਹਦੇ 'ਚ ਰਹਿਣਾ ਚਾਹੀਦਾ? ਗੁਰੂ ਗ੍ਰੰਥ ਸਾਹਿਬ ਬਾਣੀ 'ਚ। ਤੇ ਰਹਿੰਦਾ ਕਾਹਦੇ 'ਚ ਹੈ? ਜੋਤ ਨਾ ਬੁੱਝ ਜਾਏ ਅਗਰਬੱਤੀ। ਤੁਹਾਨੂੰ ਬਹੁਤਿਆਂ ਨੂੰ ਤਾਂ ਨਹੀਂ ਪਤਾ ਹੋਣਾ, ਪਰ ਅਸੀਂ ਜਦੋਂ ਛੋਟੇ ਛੋਟੇ ਹੁੰਦੇ ਸਾਂ ਨਾ, ਪਿੰਡਾਂ 'ਚ ਅਖੰਡ ਪਾਠ ਰੱਖਦੇ ਸੀ। ਹੁਣ ਇੱਥੇ ਤਾਂ ਖੈਰ ਉਹ ਉੱਦਾਂ ਹੈ ਨਹੀਂ, ਪਹਿਲਾਂ ਤਾਂ ਇੱਥੇ ਵੀ ਬਥੇਰਾ ਹੁੰਦਾ ਰਿਹਾ, ਥੋੜ੍ਹਾ ਜਿਹਾ ਫਰਕ ਪਿਆ। ਅਖੰਡ ਪਾਠ ਦਾ ਜਿੱਥੇ ਘੜਾ ਰੱਖਦੇ ਸੀ ਉਹਦੇ ਥੱਲੇ ਖੇਤੀ ਬੀਜੀ ਜਾਂਦੀ ਹੁੰਦੀ ਸੀ।
ਤੇ 3 ਦਿਨਾਂ ਦੇ ਵਿੱਚ ਉਹ ਖੇਤੀ ਹਰੀ ਹੋਣੀ ਚਾਹੀਦੀ ਸੀ, ਫਿਰ ਕਹਿੰਦੇ ਸੀ ਪਾਠ ਵਧੀਆ ਹੋਇਆ। ਤੇ ਜੇ ਖੇਤੀ ਨਹੀਂ ਸੀ ਹਰੀ ਹੁੰਦੀ ਤੇ ਮੰਨਦੇ ਸੀ ਪਾਠ ਹੀ ਨਹੀਂ ਲੱਗਣਾ। ਤੇ ਤੁਸੀਂ ਬਿਲੀਵ ਨਹੀਂ ਕਰਨਾ, ਸਾਨੂੰ ਪੁਰਾਣੇ ਪਾਠੀ ਜਦੋਂ ਪਿੰਡਾਂ ਦੇ ਮਿਲਦੇ ਉਹ ਦੱਸਦੇ ਹੁੰਦੇ, ਕਹਿੰਦੇ ਘਰ ਵਾਲਿਆਂ ਤੇ ਪਾਠ ਕੀ ਸੁਣਨਾ, ਸਾਡਾ ਆਪਣਾ ਪਾਠ 'ਚ ਧਿਆਨ ਨਹੀਂ ਸੀ ਲੱਗਦਾ। ਉਹਨਾਂ ਨੂੰ ਪੁੱਛਣਾ ਕਿਉਂ, ਤੁਹਾਡਾ ਕਿਉਂ ਨਹੀਂ ਸੀ ਲੱਗਦਾ? ਕਹਿੰਦੇ ਫਿਕਰ ਇਹ ਪਿਆ ਸੀ ਵੀ ਜੇ ਖੇਤੀ ਹਰੀ ਨਾ ਹੋਈ ਇਹਨਾਂ ਭੇਟਾ ਨਹੀਂ ਦੇਣੀ। ਈਵਨ ਇੱਥੋਂ ਤੱਕ ਸਾਨੂੰ ਕਈ ਪੁਰਾਣੇ ਵੀਰ ਕਹਿੰਦੇ ਅਸੀਂ ਘਰੋਂ ਖਾਦ ਲੈ ਕੇ ਜਾਣੀ, ਸਾਰਾ ਟੱਬਰ ਜਦੋਂ ਸੌਂ ਜਾਣਾ ਤੇ ਰਾਤ ਨੂੰ ਯੂਰੀਆ ਪਾ ਦੇਣੀ ਵੀ ਇਹ ਨਿਕਲ ਆਵੇ ਤੀਜੇ ਦਿਨ, ਇਹ ਨਾ ਹੋਵੇ ਵੀ ਇਹ ਨਾ ਨਿਕਲੀ ਤੇ ਸਾਡੇ ਤੇ ਪੈਸੇ ਮਰ ਜਾਣੇ ਆ। ਤੇ ਕਹਿੰਦੇ ਅਸੀਂ ਲੋਕਾਂ ਨੂੰ ਕੀ ਸਮਝਾਉਣਾ ਵੀ ਬਾਣੀ ਸੁਣ ਲਓ, ਅਸੀਂ ਸਾਡਾ ਸਾਰੇ ਦਾ ਸਾਰਾ ਧਿਆਨ 3 ਦਿਨ ਇਸ ਗੱਲ ਵਿੱਚ ਰਹਿਣਾ ਵੀ ਇਹ ਪੁੰਗਰਨੀ ਚਾਹੀਦੀ ਹੈ 3 ਦਿਨਾਂ ਵਿੱਚ। ਕਿੱਡਾ ਪੁਜਾਰੀ ਤੇਜ਼ ਹੋਏਗਾ, ਕਿੱਡਾ ਚਲਾਕ ਬੰਦਾ ਹੋਏਗਾ, ਜਿਹੜੇ ਬਾਬੇ ਦੀ ਬਾਣੀ ਨੇ ਕਿਹਾ ਮੇਰੇ ਮੋਹਣ ਸ਼ਰਮਣੀ ਇਹ ਨਾ ਸੁਣਾਏ, ਮੇਰੇ ਆ ਰੱਬਾ ਮੇਰੇ ਕੰਨਾਂ ਵਿੱਚ ਹਰ ਉਹ ਖਿਆਲ ਨਾ ਪਾਈ ਜਿਹੜਾ ਤੇਰੇ ਨਾਲੋਂ ਤੋੜਦਾ ਹੋਵੇ। ਤੇ ਅਸੀਂ ਗੁਰੂ ਦੀ ਗੋਦ ਵਿੱਚ ਬੈਠੇ ਪਾਠੀਆਂ ਦੇ ਦਿਮਾਗ ਵਿੱਚ ਵੀ ਦੂਜੀਆਂ ਗੱਲਾਂ ਪਾਤੀਆਂ। ਇਹਨੂੰ ਕਹਿੰਦੇ ਪੁਜਾਰੀ ਦੀ ਕਮਿਟਮੈਂਟ। ਇਹ ਹੈ ਅਗਲੇ ਦੀ ਮਿਹਨਤ। ਤੁਹਾਡੇ ਦਿਮਾਗ 'ਚ ਵੜ ਕੇ ਬਹਿ ਗਿਆ ਅਗਲਾ, ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਹੋ। ਮੇਰੇ ਵਰਗੇ ਬੰਦੇ ਗੁਰਬਾਣੀ ਦੀ ਗੱਲ ਕਰਦੇ ਆ, ਦਿਮਾਗ 'ਚ ਵੜ ਕੇ ਪੁਜਾਰੀ ਬੈਠਾ ਆ, ਮੇਰੇ ਮੂੰਹੋਂ ਸ਼ਬਦ ਉਹ ਕਢਾਉਂਦਾ ਜਿਹੜੇ ਉਹਨੂੰ ਚੰਗੇ ਲੱਗਦੇ ਨੇ। ਇਹ ਚੇਂਜ ਹੈ, ਇਹ ਮਿਹਨਤ ਹੈ ਅਗਲਿਆਂ ਦੀ। ਤੁਹਾਡੇ ਪ੍ਰਚਾਰਕ ਖੰਡੇ ਬਾਟੇ ਦੀ ਪੌਲ ਛਕੀ ਐ, ਸ੍ਰੀ ਸਾਹਿਬ ਗਲ 'ਚ ਪਾਇਆ, ਕਿੰਨੀ ਵਾਰ ਪੜ੍ਹ ਕੇ ਸੁਣਾਉਂਦੇ ਆ, ਭੈ ਕਾਹੂ ਕੋ ਦੇਤ ਨਹਿ ਪੈ ਮਾਨ ਧਿਆਨ। ਪਰ ਕਥਾ ਕਰਨ ਲੱਗਿਆ ਡਰ ਲੱਗਦਾ ਕਿ ਨਹੀਂ ਲੱਗਦਾ? ਬਹੁਤਿਆਂ ਨੂੰ ਲੱਗਦਾ। ਕਾਹਦਾ ਡਰ? ਅਗਲੀ ਵਾਰ ਆਉਣ ਦਾ, ਅਗਲੀ ਕਥਾ ਦਾ, ਵੀ ਸੱਦਣਾ ਨਹੀਂ ਇੰਨਾ, ਜੇ ਅਸੀਂ ਸੱਚ ਬੋਲਤਾ ਲੋਕ ਟੁੱਟ ਜਾਣੇ ਸਾਡੇ ਨਾਲੋਂ। ਅਸੀਂ ਗੁਰੂ ਨਾਲੋਂ ਟੁੱਟ ਜਾਈਏ ਕੋਈ ਫਰਕ ਨਹੀਂ ਪੈਂਦਾ, ਪਰ ਲੋਕ ਸਾਡੇ ਨਾਲੋਂ। ਕਿੱਡੀ ਅਜੀਬ ਗੱਲ ਹੈ, ਕਿੰਨੀ ਹੈਰਾਨੀਜਨਕ ਗੱਲ ਹੈ। ਜੇ ਬਾਬਾ ਨਾਨਕ ਸੋਚਦਾ ਵੀ ਜੇ ਜਨੇਊ ਵਾਲਾ ਪੰਗਾ ਲੈ ਲਿਆ ਨਾ ਮੈਂ, ਅਜੇ ਉਮਰ ਮੇਰੀ ਛੋਟੀ ਹੈ ਤੇ ਲੋਕ ਹੁਣੇ ਹੀ ਟੁੱਟ ਜਾਣੇ ਆ। ਜੇ ਗੁਰੂ ਸਾਹਿਬ ਐਂ ਸੋਚਦੇ ਵੀ 9 ਸਾਲ ਮੇਰੀ ਉਮਰ ਹੈ, ਇਹ 60 ਸਾਲਾਂ ਦਾ ਬੰਦਾ ਜਨੇਊ ਪਾਉਣ ਆਇਆ, ਮੈਂ ਅੱਜ ਹੀ ਕਹਿਤਾ ਵੀ ਮੈਂ ਨਹੀਂ ਪਾਉਣਾ ਇਹ ਜਨੇਊ, ਇਹਦੇ ਨਾਲ ਬੰਦਾ ਧਰਮੀ ਨਹੀਂ ਬਣਦਾ, ਤਾਂ ਲੋਕ ਟੁੱਟ ਜਾਣਗੇ ਮੇਰੇ ਨਾਲੋਂ। ਤੇ ਸ਼ਾਇਦ ਆਪਾਂ ਇਦਾਂ ਬਹਿ ਕੇ ਅੱਜ ਬਾਬੇ ਨਾਨਕ ਨੂੰ ਯਾਦ ਨਾ ਕਰਦੇ ਹੁੰਦੇ ਜੇ ਬਾਬੇ ਨਾਨਕ ਦੇ ਜਿਹਨ 'ਚ ਇਹ ਗੱਲ ਆ ਜਾਂਦੀ। ਤੇ ਅੱਜ ਕਿੰਨੇ ਨੇ ਬਾਬੇ ਨਾਨਕ ਦੇ ਧੀਆਂ ਪੁੱਤ ਜਿਨ੍ਹਾਂ ਦੇ ਜਿਹਨ 'ਚ ਆਉਂਦਾ ਕੋਈ ਗੱਲ ਨਹੀਂ, ਜੋ ਹੋਏਗਾ। ਜਦੋਂ ਅਸੀਂ ਚਮਕੌਰ ਦੀ ਗੜੀ ਦੀ ਗੱਲ ਕਰਦੇ ਹਾਂ ਨਾ, ਆਨੰਦਪੁਰ ਦੀ ਗੱਲ ਕਰਦੇ ਹਾਂ, ਤੇ ਉਹਦਾ ਰੀਜ਼ਨ ਸਮਝੋ ਨਾ ਵੀ ਕੀ ਹੈ। ਜੇ ਸਾਹਿਬਜ਼ਾਦਿਆਂ ਦੇ ਦਿਮਾਗ 'ਚ ਆ ਜਾਂਦਾ ਵੀ 7 ਸਾਲ ਉਮਰ ਹੈ ਅਜੇ, ਇਹਦੇ ਨਾਲ ਕੀ ਫਰਕ ਪੈਣਾ, ਕਹਿ ਦਿੰਦੇ ਆ ਇੱਥੇ ਸਿੱਖ ਨਹੀਂ ਅਸੀਂ। ਜੇ ਸਾਡੇ ਵਰਗੇ ਹੁੰਦੇ ਨਾ, ਬੜਿਆਂ ਨੇ ਕਹਿਣਾ ਸੀ ਮੈਂ ਰਣਨੀਤੀ ਅਪਣਾਈ ਹੈ ਜੀ, ਮੈਂ ਤੇਜ਼ ਆ, ਮੈਨੂੰ ਪਤਾ ਕੀ ਕਹਿਣਾ ਚਾਹੀਦਾ। ਉੱਥੇ ਕਹਿ ਆਉਨੇ ਆ ਵੀ ਅਸੀਂ ਸਿੱਖ ਨਹੀਂ। ਪਰ ਫਤਿਹ ਸਿੰਘ ਨੂੰ ਪਤਾ ਸੀ ਇਤਿਹਾਸ ਬਣਨਾ, ਇਹ ਕੌਮ ਦੀ ਰੀੜ ਦੀ ਹੱਡੀ ਬਣਨੀ ਗੱਲ। ਮੇਰੇ ਮੂੰਹੋਂ ਨਿਕਲਿਆ ਸ਼ਬਦ ਕੌਮਾਂ ਦੀ ਜਿੰਦ ਜਾਨ ਬਣ ਜਾਣਾ ਇੱਕ ਵੇਲੇ। ਇਸ ਕਰਕੇ ਮੇਰੇ ਮੂੰਹੋਂ ਸ਼ਬਦ ਉਹ ਨਿਕਲਣੇ ਚਾਹੀਦੇ ਨੇ ਜਿਹਦੇ ਨਾਲ ਮੇਰੀ ਕੌਮ ਨੂੰ, ਮੇਰੇ ਆਉਣ ਵਾਲੇ ਭਰਾਵਾਂ ਨੂੰ ਮਾਣ ਹੋ ਸਕੇ ਵੀ ਸਾਡਾ ਫਤਿਹ ਸਿੰਘ ਇਦਾਂ ਦਾ ਸੀ। ਕਾਜੀ ਸਿਰਫ ਨਿਆਂ ਦੀ ਗੱਲ ਕਰਦਾ, ਆਪਣੇ ਦਿਮਾਗ ਦਾ ਉਹਦਾ ਭਰਮ ਨਹੀਂ ਜਾਂਦਾ। ਤੇ ਗੱਲ ਕਾਜੀ ਦੀ ਨਹੀਂ, ਗੱਲ ਮੇਰੀ ਕੌਮ ਦੀ ਹੈ। ਸਿੱਖੋ, ਤੁਸੀਂ ਕਹਿੰਦੇ ਹੋ ਸਾਡਾ ਬਾਬਾ ਨਹੀਂ ਡਰਦਾ, ਪਰ ਤੁਸੀਂ ਬਹੁਤ ਡਰਦੇ ਹੋ। ਪ੍ਰਚਾਰਕੋ, ਤੁਸੀਂ ਕਹਿੰਦੇ ਹੋ ਸਾਡੇ ਗੁਰੂ ਸਾਹਿਬ ਨਹੀਂ ਡਰਦੇ, ਪਰ ਤੁਸੀਂ ਬਹੁਤ ਡਰਦੇ ਹੋ। ਵੱਡੇ ਵੱਡੇ ਗਿਆਨੀਓ, ਵੱਡੇ ਵੱਡੇ ਤਖਤਾਂ ਦੇ ਜਥੇਦਾਰੋ, ਤੁਸੀਂ ਕਹਿੰਦੇ ਹੋ ਸਾਡੇ ਗੁਰੂ ਸਾਹਿਬ ਕਿਸੇ ਦੀ ਪਰਵਾਹ ਨਹੀਂ ਸੀ ਕਰਦੇ, ਪਰ ਤੁਸੀਂ ਸਾਰੇ ਦੇ ਸਾਰੇ ਪਰਵਾਹ ਕਰਦੇ ਹੋ। ਖੌਫ ਹੈ ਤੁਹਾਡੇ ਦਿਮਾਗਾਂ 'ਚ ਬੈਠਾ ਹੋਇਆ, ਦਹਿਲ ਪਾਇਆ ਅਗਲਿਆਂ ਨੇ ਤੁਹਾਡੇ ਦਿਮਾਗ 'ਚ। ਤੁਸੀਂ ਸਹਿਮੇ ਹੋਏ ਬੰਦੇ ਆ, ਡਰੇ ਹੋਏ ਬੰਦੇ ਆ, ਨਹੀਂ ਹਿੰਮਤ ਤੁਹਾਡੇ 'ਚ ਆਪਣੇ ਬਾਪੂ ਦੀ ਗੱਲ ਕਰਨ ਦੀ। ਬਹੁਤ ਸੌਖਾ ਆ ਸ਼ਬਦਾਂ ਨੂੰ ਪੜ੍ਹ ਪੜ੍ਹ ਕੇ ਸੁਣਾਉਣਾ, ਸ਼ਬਦਾਂ ਨੂੰ ਯਾਦ ਕਰਨਾ, ਪਰ ਅਸੀਂ ਡੈਲ 'ਚ ਜ਼ਿੰਦਗੀ ਜੀਨੇ ਆ, ਡਰਦੇ ਆ ਸਾਰੇ। ਅਸੀਂ ਸਹਿਮੇ ਹੋਏ ਆ ਬੰਦੇ, ਹਾਏ ਕਿਤੇ ਮੇਰੀਆਂ ਕਥਾ ਨਾ ਬੰਦ ਹੋ ਜਾਣ, ਹਾਏ ਮੈਨੂੰ ਲੋਕ ਸੱਦਣਾ ਬੰਦ ਨਾ ਕਰ ਦੇਣ, ਹਾਏ ਕਿਤੇ ਮੇਰੀ ਵਿਚਾਰ ਨਾ ਰੁਕ ਜਾਏ। ਉਹ ਤੇਰੀ ਵਿਚਾਰ ਰੁਕ ਜਾਏਗੀ, ਰੁਕ ਜਾਣ ਦੇ, ਤੇਰੇ ਗੁਰੂ ਦੀ ਵਿਚਾਰ ਨਹੀਂ ਰੁਕਣੀ ਚਾਹੀਦੀ। ਕੀ ਫਰਕ ਪੈਂਦਾ ਇਹਦੇ ਨਾਲ? ਕਥਾਵਾਚਕ ਆਉਂਦੇ ਜਾਂਦੇ ਰਹਿਣੇ ਆ, ਇਹ ਸਦਾ ਨਹੀਂ ਰਹਿਣੇ। ਤੁਹਾਡੇ 'ਚ ਬਹੁਤ ਬਜ਼ੁਰਗ ਬੈਠੇ ਆ ਜਿਨ੍ਹਾਂ ਨੇ ਉਹ ਕਥਾਵਾਚਕ ਸੁਣੇ ਹੋਣੇ ਜਿਹੜੇ ਅੱਜ ਹੈ ਨਹੀਂ, ਇਹ ਵੀ ਨਹੀਂ ਰਹਿਣੇ।
ਜਿਹੜੇ ਅੱਜ ਕਥਾਵਾਚਕ ਨੇ ਇਹ ਵੀ ਨਹੀਂ ਰਹਿਣੇ ਸਦਾ, ਪਰ ਸਿਧਾਂਤ ਜਿਉਂਦਾ ਰਹਿਣਾ ਚਾਹੀਦਾ, ਗੁਰੂ ਦੀ ਗੱਲ ਜਿਉਂਦੀ ਰਹਿਣੀ ਚਾਹੀਦੀ ਹੈ। ਤੇ ਗੱਲ ਤਾਂ ਜਿਉਂਦੀ ਰਹੇਗੀ ਜੇ ਇਹ ਸ਼ਬਦ ਅਸੀਂ ਕਿਤੇ ਉਸ ਵੇਲੇ ਅੱਜ ਪੁੱਛੋ ਪ੍ਰਚਾਰਕਾਂ ਨੂੰ, ਤੂੰ ਨਿਆਂ ਦੀ ਗੱਲ ਕਿਉਂ ਨਹੀਂ ਕਰਦਾ? ਕਰੋ ਸਵਾਲ ਪ੍ਰਚਾਰਕਾਂ ਨੂੰ, ਅੱਜ ਕਰੋ ਸਵਾਲ ਅਕਾਲ ਤਖਤ ਦੇ ਜਥੇਦਾਰ ਨੂੰ, ਤੂੰ ਫੈਸਲਾ ਅਕਾਲ ਤਖਤ ਤੇ ਬਹਿ ਕੇ ਅਕਾਲ ਤਖਤ ਵਾਲਾ ਕਿਉਂ ਨਹੀਂ ਕਰਦਾ? ਕੌਣ ਕਰਾਉਂਦਾ ਆ ਤੇਰੇ ਤੋਂ ਫੈਸਲੇ? ਜਵਾਬ ਦਿਓ ਇਹਨਾਂ ਗੱਲਾਂ ਦੇ। ਕਿਹਨੇ ਕਿਹਾ ਸੀ ਤੁਹਾਨੂੰ ਬਲਾਤਕਾਰੀ ਸਾਧ ਨੂੰ ਮਾਫੀ ਦੀ ਅਰਜੀ ਦੇ ਦਿਓ ਵੀ ਇਹਨੂੰ ਮਾਫ ਕਰ ਦਿੱਤਾ ਜਾਏ? ਕਿਹੜੇ ਬੰਦੇ ਸਨ ਤੁਹਾਡੇ ਦਿਮਾਗ 'ਚ ਬਹਿ ਕੇ ਜਿਹੜੇ ਅਕਾਲ ਤਖਤ ਤੋਂ ਇਹ ਚਿੱਠੀ ਲਿਖਵਾ ਕੇ ਲੈ ਗਏ ਵੀ ਰਾਮ ਰਹੀਮ ਨੂੰ ਅਸੀਂ ਮਾਫ ਕਰਦੇ ਹਾਂ? ਕਮਾਲ ਹੈ। ਉਸ ਵੇਲੇ ਕਾਜੀ ਬ੍ਰਾਹਮਣ ਤੇ ਜੋਗੀ ਨੇ ਦੁਨੀਆ ਲੁੱਟੀ, ਦੁਨੀਆ ਤਬਾਹ ਕੀਤੀ। ਜਿੱਦਣ 21ਵੀਂ ਸਦੀ ਦਾ ਇਤਿਹਾਸ ਲਿਖਿਆ ਜਾਏਗਾ, ਉਸ ਦਿਨ ਇਤਿਹਾਸ 'ਚ ਸ਼ਬਦ ਪਾਏ ਜਾਣਗੇ ਵੀ ਪ੍ਰਚਾਰਕਾਂ ਨੇ ਬੇੜਾ ਗਰਕ ਕੀਤਾ ਸਿੱਖੀ ਦਾ। ਇਹਨਾਂ ਬੁਲਾਰਿਆਂ ਨੇ, ਡਰਦਿਆਂ ਨੇ, ਆਪ ਹਿੰਮਤ ਨਾ ਕਰ ਸਕੇ। ਇਹ ਹਰ ਬੰਦਾ ਕਿਸੇ ਨਾ ਕਿਸੇ ਸਹਿਮ 'ਚ ਜ਼ਿੰਦਗੀ ਜੀਂਦਾ ਰਿਹਾ। ਨਾਮ ਸਾਡਾ ਆਏਗਾ ਉਸ ਦਿਨ। ਇਸ ਲਈ ਗੁਰੂ ਕੇ ਪਿਆਰ ਵਾਲਿਓ, ਜੇ ਬਾਬਾ ਕਬੀਰ ਜੀ ਉਸ ਵੇਲੇ ਦੇ ਕਾਜੀ ਨੂੰ ਕਹਿੰਦੇ ਆ ਨਿਆਂ ਦੀ ਗੱਲ ਕਰ, ਤੇ ਅੱਜ ਪ੍ਰਚਾਰਕ ਨੂੰ ਵੀ ਕਹਿੰਦੇ ਆ, ਕਬੀਰ ਸਾਹਿਬ ਮੈਨੂੰ ਵੀ ਕਹਿੰਦੇ ਹੋਣੇ ਆ, ਉਹ ਨਿਆਂ ਦੀ ਗੱਲ ਕਾਜੀ ਦੀ ਨਾ ਸੁਣਾ ਜਾਈ ਕੱਲਾ। ਇਹ ਵੀ ਜਿਗਰਾ ਰੱਖੀ ਵੀ ਤੇਰੇ ਕੋਲ ਹੈ ਨਿਆਂ ਕਰਨ ਦੀ ਹਿੰਮਤ ਬਾਬੇ ਦੀ ਗੋਦ ਵਿੱਚ ਬਹਿ ਕੇ। ਫਿਰ ਵੇਖਿਓ ਹੁਣ ਸ਼ਬਦ ਇਹਦੀ ਵਿਆਖਿਆ ਕਰਦੇ, ਕਹਿੰਦੇ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਸਾਡੀ ਬਹੁਤ ਵੱਡੀ ਪ੍ਰੋਬਲਮ ਹੈ, ਅਸੀਂ ਨਾ ਡਿਫੈਂਸ ਲਈ ਬਾਣੀ ਵਰਤਦੇ ਹਾਂ ਬਹੁਤਿਆਂ ਥਾਵਾਂ ਤੇ। ਜਦੋਂ ਅਸੀਂ ਫਸ ਜਾਂਦੇ ਹਾਂ ਨਾ, ਗਾੜੀ ਬਾਣੀ ਕਰ ਦਿੰਦੇ ਹਾਂ ਇੱਦਾਂ। ਹਰ ਬੰਦੇ ਦੀ ਪ੍ਰੋਬਲਮ ਹੈ। ਅਸੀਂ ਬਾਣੀ 'ਚੋਂ ਸਬਕ ਨਹੀਂ ਲੈਂਦੇ, ਅਸੀਂ ਬਾਣੀ ਨੂੰ ਢਾਲ ਬਣਾਉਂਦੇ ਹਾਂ। ਜਿਹੜਾ ਬੰਦਾ ਕਿਉਂਕਿ ਪਤਾ ਆ ਬਾਣੀ ਦੇ ਸਾਹਮਣੇ ਤਾਂ ਹੀ ਮਰਿਆਦਾ ਵੱਖ-ਵੱਖ ਹੋ ਗਈਆਂ ਨਾ ਸਾਡੀਆਂ। ਹੁਣ ਸ਼ਬਦ ਵੇਖਿਓ, ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਗ੍ਰੰਥਾਂ ਦੀ ਆੜ ਵਿੱਚ ਆਪਣੇ ਆਪ ਨੂੰ ਸੇਫ ਨਾ ਰੱਖ। ਜੇ ਤੇਰੇ ਅੰਦਰ ਵਿਚਾਰ ਚੰਗੇ ਨਹੀਂ ਤੇ ਤੂੰ ਝੂਠਾ ਰਹਿਣਾ ਆ। ਇਹਦੇ ਨਾਲ ਧਰਮ ਗ੍ਰੰਥਾਂ ਦਾ ਕੋਈ ਰੌਲਾ ਨਹੀਂ। ਕਿੰਨੇ ਸਾਡੇ ਬੰਦੇ ਨੇ ਜਿਹੜੇ ਬਾਣੀ ਦੀਆਂ ਪੰਕਤੀਆਂ ਵਰਤ ਕੇ ਵੀ ਸਾਨੂੰ ਗੁੰਮਰਾਹ ਕਰਦੇ ਨੇ ਵੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ। ਇਸ ਪੰਕਤੀ ਨੂੰ ਸਾਧਾ ਨੇ ਇੰਨਾ ਵਰਤਿਆ ਨਾ, ਸਾਧ ਕੇ ਚਰਨ ਧੋਏ ਧੋਏ ਪੀਓ, ਤੇ ਗਾੜੀ ਗਿੱਟੇ ਆਪਣੇ ਕਰਤੇ ਸਾਧਾ ਨੇ, ਸਾਡੇ ਪੈਰ ਧੋ ਕੇ ਪੀਓ ਬਾਣੀ 'ਚ ਲਿਖਿਆ। ਉਹ ਤੁਹਾਡੇ 'ਚੋਂ ਕਿਹੜਾ ਬੰਦਾ ਸੀ ਉਸ ਵੇਲੇ ਜਿਹਦੇ ਪੈਰ ਧੋਣ ਲਈ ਗੁਰੂ ਅਰਜਨ ਸਾਹਿਬ ਜੀ ਕਹਿ ਰਹੇ ਆ? ਕਿੱਡੀ ਅਜੀਬ ਗੱਲ ਹੈ। ਇੱਕ ਸਾਧ ਦਾ ਨਾਂ ਦੱਸੋ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਵੇਲੇ ਜਿਹਦੇ ਬਾਰੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਕਿਹਾ ਹੋਵੇ। ਸੰਤ ਤੇ ਸ਼ਬਦ ਹੀ ਬਹੁਤ ਬਾਅਦ ਵਿੱਚ ਆਇਆ ਆ। ਤੁਸੀਂ 18ਵੀਂ ਸਦੀ ਤੱਕ ਦਾ ਇਤਿਹਾਸ ਮਹਾਰਾਜਾ ਰਣਜੀਤ ਸਿੰਘ ਤੱਕ ਦਾ ਪੜ੍ਹੋ, 1849 ਵਿੱਚ ਤੱਕ ਦਾ ਇਤਿਹਾਸ ਪੜ੍ਹੋ। 1849 ਤੋਂ ਲੈ ਕੇ ਤੁਸੀਂ ਇਹ ਸਾਰੇ ਦੇ ਸਾਰੇ ਇਤਿਹਾਸ ਨੂੰ ਪਿੱਛੇ ਤੇ ਜਾ ਕੇ ਚਲੇ ਜਿਓ। ਤੁਸੀਂ ਗੁਰੂ ਨਾਨਕ ਸਾਹਿਬ ਜੀ ਦਾ ਵੇਲਾ ਵੇਖ ਲਓ, ਭਾਈ ਤਾਰੂ ਸਿੰਘ ਦਾ ਜੀਵਨ ਵੇਖ ਲਓ। ਵੱਡੇ ਤੋਂ ਵੱਡੇ ਸਿੱਖ ਦੇ ਨਾਮ ਨਾਲ ਸ਼ਬਦ ਭਾਈ ਜੁੜਿਆ ਆ। ਕਿਸੇ ਵੀ ਸਾਧ ਸ਼ਬਦ ਨਾਲ ਸੰਬੋਧਨ ਨਹੀਂ ਕੀਤਾ ਗਿਆ। ਕਿਸੇ ਨੂੰ ਵੀ ਭਾਈ ਮਨੀ ਸਿੰਘ ਤੋਂ ਵੱਧ ਕਿਸੇ ਦੀ ਕੁਰਬਾਨੀ ਨਹੀਂ ਹੋਣੀ। ਵੈਸੇ ਕੁਰਬਾਨੀ ਵੱਧ ਤੇ ਘੱਟ ਕੋਈ ਨਹੀਂ ਹੁੰਦੀ, ਹਰ ਕੁਰਬਾਨੀ ਬਹੁਤ ਕਮਾਲ ਦੀ ਹੁੰਦੀ ਹੈ, ਪਰ ਸਮਝਣ ਲਈ ਹੈ ਭਾਈ ਮਨੀ ਸਿੰਘ ਵਰਗਾ ਸਿੱਖ ਹੋਣਾ ਦੁਨੀਆ 'ਚ ਕੋਈ। ਪਰ ਕਿਤੇ ਸੰਤ ਮਨੀ ਸਿੰਘ ਨਹੀਂ ਲਿਖਿਆ, ਕਿਤੇ ਸਾਧ ਮਨੀ ਸਿੰਘ ਨਹੀਂ ਲਿਖਿਆ, ਕਿਤੇ ਬ੍ਰਹਮ ਗਿਆਨੀ ਮਨੀ ਸਿੰਘ ਨਹੀਂ ਲਿਖਿਆ। ਅਸੀਂ ਕਿਹਾ ਬ੍ਰਹਮ ਗਿਆਨੀ, ਪਰ ਇਤਿਹਾਸ ਵਿੱਚ ਜਿੱਥੇ ਮਿਲੇਗਾ ਨਾ ਤੁਹਾਨੂੰ, ਜੇ ਕਿਸੇ ਗੈਰ ਨੇ ਵੀ ਇਤਿਹਾਸ ਲਿਖਿਆ ਸਾਡਾ, ਉਹਨੇ ਵੀ ਭਾਈ ਮਨੀ ਸਿੰਘ ਲਿਖਿਆ। ਇਹ ਕਿੱਥੋਂ ਆ ਗਏ ਫਿਰ? ਸਾਧ ਆਏ ਕਿੱਥੋਂ? ਸੰਤ ਸ਼ਬਦ ਆਇਆ ਕਿੱਥੋਂ? ਜਦੋਂ ਸਾਡੇ ਨਾਲ ਸੰਤ ਸ਼ਬਦ ਜੁੜਿਆ ਹੀ ਨਹੀਂ ਕਿਤੇ ਇਤਿਹਾਸ ਵਿੱਚ। ਇਹਦਾ ਮਤਲਬ ਹੈ ਬਾਣੀ 'ਚੋਂ ਇੱਕ ਸ਼ਬਦ ਲਿਆ ਗਿਆ, ਜਿਹੜਾ ਸ਼ਬਦ ਬੜਾ ਪ੍ਰਭਾਵਸ਼ਾਲੀ ਸੀ, ਉਹ ਕਿਸੇ ਬੰਦੇ ਨਾਲ ਜੋੜਿਆ ਗਿਆ। ਬੰਦੇ ਨੂੰ ਸੰਤ ਬਣਾ ਕੇ ਤੁਹਾਡੇ ਸਾਹਮਣੇ ਬਿਠਾਤਾ। ਗੱਲ ਗੁਰੂ ਦੀ ਨਹੀਂ, ਗੱਲ ਕਿਸੇ ਦੂਜੇ ਦੀ ਉਹਦੇ ਦਿਮਾਗ 'ਚ ਪਾਈ ਗਈ। ਤੁਹਾਨੂੰ ਵੇਖਣ ਨੂੰ ਸੰਤ ਲੱਗਿਆ। ਜਿਹੜੀ ਗੱਲ ਵਿਰੋਧੀ ਤੁਹਾਡੇ ਜੇਨ 'ਚ ਪਾਉਣੀ ਚਾਹੁੰਦਾ ਸੀ, ਉਹ ਵਾਇਆ ਸੰਤ, ਵਾਇਆ ਸਾਧ, ਥਰੂ ਸਾਧ ਦੇ ਤੁਹਾਡੇ ਦਿਮਾਗ 'ਚ ਪਾ ਦਿੱਤੀ ਗਈ ਗੱਲ। ਇਹਦਾ ਮਤਲਬ ਸਿਲੈਕਟਡ ਬੰਦੇ ਸੀ ਇਹ ਸਾਰੇ, ਸਰਕਾਰਾਂ ਦੇ, ਗੌਰਮਿੰਟਾਂ ਦੇ ਬੰਦੇ ਸਨ ਇਹ।
ਉਹਨਾਂ ਨੇ ਸਿਲੈਕਟ ਕੀਤੇ ਸੀ ਵੀ ਇਹਨਾਂ ਬੰਦਿਆਂ ਦੇ ਰਾਹੀਂ ਲੋਕਾਂ ਦੇ ਦਿਮਾਗ ਵਿੱਚ ਗੱਲ ਪਾਈ ਜਾ ਸਕਦੀ ਹੈ। ਸਭ ਤੋਂ ਪਹਿਲਾਂ ਇਹ ਗੱਲ ਸਿੱਖਾਂ 'ਚ ਸਾਧਾਂ ਨੇ ਕਹਿਣੀ ਸ਼ੁਰੂ ਕੀਤੀ ਹੈ, ਹਾਰੀ ਸਾਰੀ ਬੰਦਾ ਬਾਣੀ ਨਹੀਂ ਪੜ੍ਹ ਸਕਦਾ, ਬਾਣੀ ਗਲਤ ਪੜ੍ਹੋਗੇ ਪਾਪ ਲੱਗੇਗਾ। ਇਹ ਸਾਧਾਂ ਤੋਂ ਆਈ ਹੈ ਗੱਲ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਲਿਖਿਆ, ਬਾਣੀ ਪੜ੍ਹਦਿਆਂ ਤੂੰ ਗਲਤੀ ਕਰੇਗਾ, ਫਿਰ ਦੁਬਾਰਾ ਪੜ੍ਹੇਗਾ, ਫਿਰ ਤੀਜੀ ਵਾਰ ਪੜ੍ਹੇਗਾ, ਹੌਲੀ ਹੌਲੀ ਤੈਨੂੰ ਠੀਕ ਪੜ੍ਹਨੀ ਆ ਜਾਏਗੀ, ਤੈਨੂੰ ਗਲਤ ਪੜ੍ਹਦਿਆਂ ਪਾਪ ਨਹੀਂ ਲੱਗਦਾ। ਇਹ ਗੱਲ ਸਾਧਾਂ ਨੇ ਪ੍ਰਚਾਰੀ ਵੀ ਇਹ ਬਾਣੀ ਗਲਤ ਪੜ੍ਹਨ ਨਾਲ ਪਾਪ ਲੱਗਦਾ ਆ। ਤੇ ਮੈਂ ਇੱਕ ਵਾਰ ਬੇਨਤੀ ਕੀਤੀ ਸੀ ਤੁਹਾਡੇ ਚਰਨਾਂ 'ਚ, ਮੇਰੇ ਵਰਗਾ ਬੰਦਾ ਜਿਹਨੂੰ 10-12 ਸਾਲ ਹੋ ਗਏ ਨਾ ਇਸ ਫੀਲਡ ਵਿੱਚ, ਜੇ ਮੈਂ ਦਾਅਵਾ ਕਰਾਂ ਵੀ ਮੈਂ ਬਾਣੀ ਬਹੁਤ ਸਹੀ ਪੜ੍ਹਦਾ ਆ, ਇਹ ਕੋਈ ਦਾਅਵਾ ਨਹੀਂ। ਪਤਾ ਨਹੀਂ ਕਿੰਨੀਆਂ ਗਲਤੀਆਂ ਮੇਰੇ ਤੋਂ ਹੁੰਦੀਆਂ ਹੋਣੀਆਂ। ਇਹ ਕੋਈ ਦਾਅਵਾ ਨਹੀਂ ਕਰ ਸਕਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਅਸੀਂ ਸਹੀ ਪੜ੍ਹ ਸਕਦੇ ਹਾਂ। ਹਾਂ, ਮੇਰੇ ਕੋਲੋਂ ਘੱਟ ਹੁੰਦੀਆਂ ਹੋਣਗੀਆਂ, ਤੁਹਾਡੇ ਕੋਲੋਂ 2 ਵੱਧ ਹੋ ਜਾਣਗੀਆਂ। ਗਲਤੀ ਤੇ ਗਲਤੀ ਹੈ ਨਾ, ਜੇ 1 ਹੋ ਜਾਏ 4 ਹੋ ਜਾਣ ਉਹਦੇ ਨਾਲ ਕੀ ਫਰਕ ਪੈਂਦਾ। ਨਾਲੇ ਗਲਤੀ ਹੋਰ ਗੱਲ ਹੁੰਦੀ ਹੈ ਜਿਹੜੀ ਹੋ ਜਾਏ, ਤੇ ਗਲਤੀ ਹੋਰ ਗੱਲ ਹੁੰਦੀ ਹੈ ਜਿਹੜੀ ਕੀਤੀ ਜਾਏ, ਉਹ ਗੁਨਾਹ ਬਣਦਾ ਆ। ਗਲਤੀ ਹੋ ਜਾਏ ਸਾਡੇ ਤੋਂ ਵੀ ਹੁੰਦੀ ਹੈ, ਕਿੰਨੀ ਵਾਰ ਮੇਰੇ ਤੋਂ ਪੰਕਤੀਆਂ ਅੱਗੇ ਪਿੱਛੇ ਹੋ ਜਾਂਦੀਆਂ ਹੋਣਗੀਆਂ, ਪਰ ਇਹਦਾ ਮਤਲਬ ਇਹ ਨਹੀਂ ਵੀ ਮੈਂ ਜਾਣ ਕੇ ਕਰਦਾ ਆ। ਸ਼ਬਦ ਅੱਗੇ ਪਿੱਛੇ ਹੋ ਸਕਦੇ ਆ, ਬਾਣੀ ਦਾ ਦੁਹਰਾ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਉਹ ਝੂਠਿਆ, ਜੇ ਗਲਤ ਤੂੰ ਹੈ ਨਾ, ਮੇਰੀ ਗੱਲ ਅੱਗੇ ਨਾ ਲਿਆ, ਆਪ ਫੈਸਲਾ ਦੇ, ਆਪਣੀਆਂ ਮਰਜ਼ੀਆਂ ਕਰ। ਜਿਵੇਂ ਸਾਡੇ ਬੰਦੇ ਨਹੀਂ, ਫਿਰ ਫਲਾਨਾ ਵੀ ਤੇ ਬਾਣੀ ਨਾਲ ਹੀ ਜੋੜਦਾ ਹੈ। ਆਹ ਗੱਲ ਨਹੀਂ ਸਾਡੇ 'ਚ ਬਹੁਤ, ਉਹ ਵੀ ਤੇ ਬਾਣੀ ਨਾਲ ਹੀ ਜੋੜਦੇ ਨੇ। ਤੇ ਬਾਣੀ ਨਾਲ ਫਿਰ ਆਪੇ ਕਿਉਂ ਨਹੀਂ ਜੁੜਦੇ ਆਪਾਂ, ਤੁਸੀਂ ਕਿਉਂ ਨਹੀਂ ਜੁੜਦੇ? ਕਿੰਨੀਆਂ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਜਾਬ 'ਚ ਡੇਰਾਵਾਦ ਪ੍ਰਮੋਟ ਹੀ ਬਾਣੀ ਦੀ ਓਟ ਆਸਰੇ ਨਾਲ ਹੋਇਆ। 3 ਸਾਲ ਹੋ ਗਏ ਇੱਕ ਸਾਧ ਨੂੰ ਫਰੀਜ਼ਰ 'ਚ ਲੱਗੇ ਨੂੰ ਪੰਜਾਬ 'ਚ, 3 ਸਾਲ। ਤੇ ਮੈਂ ਕਿਹਾ ਸੀ ਤੁਹਾਡੇ ਤੋਂ ਇੱਕ ਲਾਸ਼ ਨਹੀਂ ਨਿਕਲਦੀ ਪੰਜਾਬ 'ਚੋਂ, ਸਾਹ ਤੁਸੀਂ ਕਿੱਥੇ ਕੱਢ ਲੈਣੇ ਆ। ਸੁਪਰੀਮ ਕੋਰਟ ਦਾ ਵੀ ਫੈਸਲਾ ਆ ਗਿਆ ਵੀ ਡੈਡ ਹੈ, ਉਹ ਮਰ ਚੁੱਕਾ ਆ, ਪਰ ਭਗਤ ਮੰਨਣ ਲਈ ਰਾਜੀ ਨਹੀਂ, ਗੌਰਮੈਂਟਾਂ ਦਾ ਧਿਆਨ ਹੀ ਕੋਈ ਨਹੀਂ। ਸੋ ਗੁਰੂ ਸਾਹਿਬ ਕਿਤੇ ਸਾਨੂੰ ਸਮਝ ਬਖਸ਼ਣ, ਅਸੀਂ ਇਹ ਗੱਲਾਂ ਸਮਝ ਸਕੀਏ। ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ, ਜੋ ਸਭ ਮੈਂ ਏਕ ਖੁਦਾਏ ਕਹਤ ਹੋ। ਕਾਜ਼ੀਆ ਜਵਾਬ ਦੇ ਮੈਨੂੰ। ਨਾਲੇ ਤੇ ਕਹਿਣਾ ਰੱਬ ਸਾਰਿਆਂ 'ਚ ਹੈ, ਤੇ ਨਾਲੇ ਰੱਬ ਦੇ ਨਾਂ ਤੇ ਮੁਰਗੀ ਮਾਰ ਕੇ ਉਹਨੂੰ ਬਲੀ ਦਿੰਦਾ ਹੈ। ਇਸਲਾਮ ਵਿੱਚ ਬਿਸ਼ਮਲ ਕਰਨਾ ਕਹਿੰਦੇ ਨੇ ਇਹਨੂੰ, ਅੱਗੇ ਵਿਆਖਿਆ ਕਰਨਗੇ। ਜੇ ਰੱਬ ਇਹਦੇ 'ਚ ਵੀ ਵਸਦਾ, ਫਿਰ ਧਰਮ ਦੇ ਨਾਂ ਤੇ ਇਹਨੂੰ ਕਿਉਂ ਮਾਰਿਆ ਤੂੰ? ਇਹਦਾ ਤੇ ਸਾਡੇ ਵਾਲੇ ਵੀ ਐਂ ਹੀ ਕਰਦੇ ਨੇ ਅੱਜ, ਧਰਮ ਦੇ ਨਾਂ ਤੇ ਬੱਕਰਿਆਂ ਦੀਆਂ ਬਲੀਆਂ ਨਹੀਂ ਦੇ ਰਹੇ। ਤੁਹਾਡੇ 5 ਤਖਤਾਂ 'ਚ ਇੱਕ ਤਖਤ ਹੈ ਜਿਹੜਾ ਬੱਕਰਾ ਵੱਢ ਕੇ ਬਲੀ ਦਿੰਦਾ, ਤੇ ਜੇ ਤੁਸੀਂ ਬੋਲੋ ਮਾੜਾ ਜਿਹਾ ਕਿਤੇ ਵੀ ਇਹ ਗਲਤ ਹੈ, ਅਗਲੇ ਤੁਹਾਡੇ ਬਲੀ ਦੇ ਦੇਣਗੇ। ਉਹ ਕਿਵੇਂ ਕਹਿ ਸਕਦੇ ਹੋ ਤੁਸੀਂ ਉਹਨਾਂ ਨੂੰ? ਉਹ ਕਹਿੰਦੇ ਮਰਿਆਦਾ ਆ ਇੱਥੋਂ ਦੀ। ਕਿੱਥੋਂ ਦੀ ਮਰਿਆਦਾ ਆ? ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਨਹੀਂ ਹੈ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਉਹ ਮੁੱਲਾ ਵੀ ਭਰਮ ਕਰਦਾ, ਉਹਦਾ ਆਲਾ ਦੁਆਲਾ ਵੀ ਸਾਰਾ ਭਰਮ ਕਰਦਾ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਅੱਗੇ ਪੱਖ ਵਰਤਦੇ। ਮਹਾਰਾਜ ਕਹਿੰਦੇ, ਪਕਰ ਜੀਓ ਆਨਿਆ ਦੇਹ ਬਿਨਾਸੀ ਮਾਟੀ ਕੋ ਬਿਸਮਲ ਕੀਆ। ਜੀ ਫੜ ਕੇ ਲਿਆਂਦਾ, ਉਹਨੂੰ ਉਹਦਾ ਸਰੀਰ ਨਾਸ਼ ਕਰਤਾ, ਭਾਵ ਕਿ ਉਹਨੂੰ ਮਾਰਿਆ, ਫਿਰ ਬਿਸਮਲ ਕੀਤਾ। ਜਿਵੇਂ ਹਿੰਦੂਇਜ਼ਮ ਵਿੱਚ ਹੈ ਬਲੀ ਦੇਣੀ, ਇਸਲਾਮ ਵਿੱਚ ਹੈ ਬਿਸਮਲ ਕਰਨਾ, ਉਹਦਾ ਖੂਨ ਮਿੱਟੀ 'ਚ ਰੋੜਨਾ। ਬਿਸਮਲ ਕੀਆ ਜੋਤ ਸਰੂਪ ਅਨਾਹਤ ਲਾਗੀ, ਕਹੋ ਹਲਾਲ ਕਿਆ ਕੀਆ। ਕਿੱਡੀ ਕਮਾਲ ਦੀ ਗੱਲ ਹੈ। ਨਾਲੇ ਕਹਿੰਦਾ ਸਾਰਿਆਂ 'ਚ ਰੱਬ ਵਸਦਾ, ਨਾਲੇ ਰੱਬ ਦੇ ਨਾਂ ਤੇ ਇਹਦਾ ਖੂਨ ਕਰਤਾ ਤੂੰ, ਇਹਦਾ ਕਤਲ ਕੀਤਾ, ਇਹਨੂੰ ਮਾਰਿਆ। ਇਹਦੇ 'ਚ ਰੱਬ ਕਿਉਂ ਨਹੀਂ ਦਿਸਿਆ ਤੈਨੂੰ? ਇਹਦੇ 'ਚ ਨਜ਼ਰੀ ਕਿਉਂ ਨਹੀਂ ਆਇਆ ਰੱਬ? ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ, ਕਿਆ ਊਜੂ ਪਾਕ ਕੀਆ ਮੂੰਹ ਧੋਇਆ। ਉਹ ਮੁੱਲਾ ਜੀ ਕੀ ਕਰੀਏ ਤੇਰੇ ਕੀਤੇ ਉਜੂ ਪਾਕ ਦਾ। ਉਜੂ ਦਾ ਅਰਥ ਹੈ 5 ਇਸ਼ਨਾਨਾਂ। ਇੰਨੇ ਹੱਥ ਧੋਣੇ, ਇੰਨੇ ਪੈਰ ਧੋਣੇ, ਇਹਨੂੰ ਇਸਲਾਮ ਵਿੱਚ ਉਜੂ ਕਰਨਾ ਕਹਿੰਦੇ ਨੇ। ਕਿਆ ਉਜੂ ਪਾਕ ਕੀਆ ਮੂੰਹ ਧੋਇਆ, ਕਿਆ ਮਸੀਤ ਸਿਰ ਲਾਇਆ। ਕੀ ਫਰਕ ਪੈਂਦਾ ਜੇ ਤੂੰ ਮਸਜਿਦ ਵਿੱਚ ਜਾ ਕੇ ਸੀਸ ਝੁਕਾ ਲਿਆ ਤੇ ਇਬਾਦਤ ਕਰ ਲਈ, 5 ਨਮਾਜ਼ਾਂ ਪੜ੍ਹ ਲਈਆਂ। ਜੋ ਦਿਲ ਮੈਂ ਕਪਟ ਨਿਵਾਜ ਗੁਜ਼ਾਰੋ, ਕਿਆ ਹੱਜ ਕਾਬੇ ਜਾਈ। ਜੇ ਦਿਲ ਅੰਦਰ ਹੀ ਚੋਰ ਬੈਠਾ ਆ ਤੇ ਬਾਹਰੋਂ ਹੱਜ ਕਾਬੇ ਜਾਣ ਦਾ ਕੋਈ ਮਤਲਬ ਨਹੀਂ। ਤੇ ਇਹਦਾ ਅਰਥ ਇਹ ਨਹੀਂ ਵੀ ਸਿਰਫ ਕਾਜ਼ੀਆਂ ਨੂੰ ਕਿਹਾ ਜਾ ਰਿਹਾ ਆ।
ਮੈਨੂੰ ਵੀ ਕਿਹਾ ਜਾ ਰਿਹਾ, ਤੁਹਾਨੂੰ ਵੀ ਕਿਹਾ ਜਾ ਰਿਹਾ ਵੀ ਜੇ ਦਿਲ ਵਿੱਚ ਕਪਟ ਹੈ ਤਾਂ ਕੀ ਫਾਇਦਾ ਤੇਰਾ ਗੁਰਦੁਆਰੇ ਜਾਣ ਦਾ, ਕੀ ਫਾਇਦਾ ਤੇਰਾ ਬਾਣੀ ਪੜ੍ਹਨ ਦਾ, ਕੀ ਫਾਇਦਾ ਤੇਰਾ ਕਥਾ ਸੁਣਨ ਦਾ, ਜੇ ਦਿਲ ਵਿੱਚੋਂ ਕਪਟ ਨਹੀਂ ਕੱਢ ਸਕਿਆ। ਕਪਟ ਕੱਢੀਏ। ਸਤਿਗੁਰੂ ਜੀ ਕਹਿੰਦੇ ਤੂੰ ਨਾਪਾਕ ਪਾਕ ਨਹੀਂ ਸੁਝਿਆ, ਤੂੰ ਨਾਪਾਕ ਪਾਕ ਨਹੀਂ ਸੁਝਿਆ, ਮੈਨੂੰ ਨਾਪਾਕ ਨੂੰ ਤੂੰ ਪਾਕ ਸੁਝ ਨਹੀਂ ਰਿਹਾ। ਕਾਜੀ ਤੂੰ ਨਾਪਾਕ ਹੈ, ਇਸ ਕਰਕੇ ਤੈਨੂੰ ਪਾਕ ਸਮਝ ਨਹੀਂ। ਨਾਪਾਕ ਦਾ ਅਰਥ ਹੁੰਦਾ ਅਪਵਿੱਤਰ ਤੇ ਪਾਕ ਦਾ ਅਰਥ ਹੁੰਦਾ ਪਵਿੱਤਰ। ਕਹਿੰਦੇ ਤੂੰ ਆਪ ਪਾਪੀ ਹੈ, ਇਸ ਕਰਕੇ ਤੂੰ ਰੱਬ ਨੂੰ ਵੀ ਆਪਣੇ ਨਾਲ ਦਾ ਹੀ ਬਣਾਉਣਾ ਹੈ। ਸਾਡੇ ਬੰਦੇ ਸਾਰੇ ਤੁਸੀਂ ਵੇਖਿਓ, ਜਿਹੜੇ ਬੰਦੇ ਨੇ ਜੋ ਆਪ ਨਹੀਂ ਨਾ ਕਰਨਾ ਹੁੰਦਾ ਉਹ ਰੱਬ ਦੇ ਨਾਂ ਤੇ ਕਹਿ ਦਿੰਦੇ ਨੇ। ਜਿਵੇਂ ਸਾਡੇ ਸਿੱਖਾਂ 'ਚ ਨਹੀਂ ਹੈ ਵੀ ਕਹਿੰਦੇ ਰੱਬ ਨੂੰ 4 ਹੀ ਰੰਗ ਪਸੰਦ ਨੇ, ਕਾਲਾ, ਚਿੱਟਾ, ਨੀਲਾ ਤੇ ਪੀਲਾ। ਕਹਿੰਦੇ ਹਰਿਆ ਰੰਗ ਰੱਬ ਨੂੰ ਚੰਗਾ ਨਹੀਂ ਲੱਗਦਾ। ਕਿਉਂ? ਕਿਉਂਕਿ ਹਰਾ ਆਪ ਪਾ ਨਹੀਂ ਸਕਦੇ ਬੰਦੇ, ਯਾਨੀ ਕਿ ਜਿਹੜੀ ਆਪਣੀ ਗੱਲ ਹੁੰਦੀ ਆ ਨਾ ਉਹ ਰੱਬ ਤੇ ਥੋਪ ਦਿੰਦੇ। ਸਤਿਗੁਰੂ ਜੀ ਕਹਿੰਦੇ ਤੂੰ ਨਾਪਾਕ ਪਾਕ ਨਹੀਂ ਸੁਝਿਆ, ਤਿਸ ਕਾ ਮਰਮ ਨਾ ਜਾਣਿਆ। ਤੈਨੂੰ ਰੱਬ ਦਾ ਕੋਈ ਭੇਦ ਨਹੀਂ। ਮਰਮ ਦਾ ਅਰਥ ਹੁੰਦਾ ਭੇਦ, ਸਮਝ। ਤੈਨੂੰ ਰੱਬ ਦਾ ਕੋਈ ਭੇਦ ਨਹੀਂ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਕਹਿ ਕਬੀਰ ਭਿਸਤ ਤੇ ਚੂਕਾ। ਇਸ ਕਰਕੇ ਕਬੀਰ ਸਾਹਿਬ ਡੰਕੇ ਦੀ ਚੋਟ ਤੇ ਕਹਿੰਦੇ ਆ ਕਾਜ਼ੀਆ ਤੈਨੂੰ ਭਿਸਤ ਨਹੀਂ ਸਮਝ ਲੱਗਾ, ਤੂੰ ਤਾਂ ਦੋਜਕ ਦੀ ਅੱਗ ਵਿੱਚ ਸੜਦਾ, ਤੇਰਾ ਸੰਬੰਧ ਦੋਜਕ ਨਾਲ ਮੰਨ ਗਿਆ। ਕਹਿ ਕਬੀਰ ਭਿਸਤ ਤੇ ਚੂਕਾ ਦੋਜਕ ਸਿਉ ਮਨ ਮਾਨਿਆ। ਭਾਵ ਕਿ ਗੁਣ ਤੂੰ ਛੱਡ ਦਿੱਤੇ ਆ, ਔਗੁਣ ਤੈਨੂੰ ਚੰਗੇ ਲੱਗਦੇ ਆ। ਅੱਜ ਦੇ ਸਮਾਜ ਦੀ ਵੀ ਬਹੁਤੀ ਹਾਲਤ ਇਹ ਹੈ, ਸਾਨੂੰ ਗੁਣ ਚੰਗੇ ਨਹੀਂ ਲੱਗਦੇ, ਸਾਨੂੰ ਔਗੁਣ ਚੰਗੇ ਲੱਗਦੇ ਆ। ਇਸ ਕਰਕੇ ਗੁਣ ਸਿਖਾਉਣੇ ਪੈਂਦੇ ਆ ਤੇ ਔਗੁਣ ਕਦੀ ਵੀ ਸਿਖਾਉਣੇ ਨਹੀਂ ਪੈਂਦੇ। ਤੇ ਸਮਾਜ ਵਿੱਚ ਗੁਣ ਜ਼ਿਆਦਾ ਨੇ ਕਿ ਔਗੁਣ ਜ਼ਿਆਦਾ ਨੇ? ਬੋਲਿਓ। ਔਗੁਣ ਜ਼ਿਆਦਾ ਆ, ਬਿਨਾਂ ਸਿਖਾਇਆ ਹੀ ਆ ਗਏ। ਤੇ ਗੁਣ ਕਾਲਜ, ਯੂਨੀਵਰਸਿਟੀਆਂ, ਪੜ੍ਹਾਈ, ਇੰਸਟੀਚਿਊਟ, ਅਦਾਰੇ ਸਾਰੇ ਕੀ ਸਿਖਾਉਂਦੇ ਆ ਸਾਨੂੰ? ਗੁਣ। ਜਿਹੜੇ ਘੱਟ ਨੇ ਤੇ ਜਿਹੜੇ ਕਿਤੇ ਵੀ ਨਹੀਂ ਸਿਖਾਏ ਜਾਂਦੇ ਉਹ ਬਹੁਤ ਨੇ। ਆਓ ਗੁਰੂ ਦੀ ਗੋਦ ਵਿੱਚ ਬਹਿ ਕੇ ਬਾਬੇ ਦੇ ਗੁਣ ਸਿੱਖਿਆ ਕਰੀਏ ਤਾਂ ਕਿ ਸਮਾਜ ਖੂਬਸੂਰਤ ਬਣ ਸਕੇ। ਜੋ ਸੁਪਨਾ ਸਾਡੇ ਸਾਹਿਬਾਂ ਨੇ ਲਿਆ ਹੈ ਉਹ ਸਾਕਾਰ ਹੋ ਸਕੇ। ਜ਼ਿੰਮੇਵਾਰੀ ਤੁਹਾਡੀ ਬਣਦੀ ਹੈ। ਗ੍ਰੰਥ ਸਾਰੀ ਮਾਨਵਤਾ ਦਾ ਹੈ, ਪੂਰੀ ਦੁਨੀਆ ਦਾ ਹੈ, ਪਰ ਤੁਹਾਡੇ ਕੋਲ ਹੈ। ਇਸ ਕਰਕੇ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਵੀ ਸਾਰੀ ਦੁਨੀਆ ਦੇ ਸਾਹਮਣੇ ਇਸ ਸੱਚ ਨੂੰ ਲੈ ਕੇ ਜਾਈਏ। ਆਪ ਸਭ ਦਾ ਧੰਨਵਾਦ, ਸ਼ੁਕਰਾਨਾ ਗੁਰੂ ਸਾਹਿਬ ਜੀ ਦਾ। ਭੁੱਲਾਂ ਚੁੱਕਾਂ ਮੇਰੀਆਂ ਮਾਲਕ ਦਾ ਸ਼ੁਕਰ ਕਰਦੇ ਹਾਂ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਭਾਈ ਨਛੱਤਰ ਸਿੰਘ ਜੀ ਉਹਨਾਂ ਦਾ, ਜਿਨ੍ਹਾਂ ਨੇ ਸ਼ਬਦ ਦੀ ਵਿਚਾਰ ਦੇ ਨਾਲ ਨਾਲ ਸਾਡੇ ਵਿੱਚ ਜਿਹੜੇ ਔਗਣ ਨੇ, ਕਰਮਕਾਂਡ ਨੇ, ਭੁਲੇਖੇ